ਸੋ ਸਾਡੇ ਨਾਲ ਡੀਐਸਪੀ ਜੁੜ ਗਏ ਨੇ ਸੁਖਨਾਥ ਸਿੰਘ ਸਾਈਬਰ ਕ੍ਰਾਈਮ ਐਂਡ ਫਾਈਨੈਂਸ਼ੀਅਲ ਨੂੰ ਲੈ ਕੇ ਦੇਖਦੇ ਨੇ ਸਾਰਾ ਇੱਥੇ ਹੀ। ਡੀਐਸਪੀ ਸਾਹਿਬ ਜੇ ਗੱਲ ਕੀਤੀ ਜਾਵੇ ਤੇ ਅੱਜ ਕੱਲ੍ਹ ਜਿਹੜਾ ਹੈ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵੱਧਦਾ ਪਿਆ ਸੀ। ਰੋਜ਼ ਕਿਸੇ ਵੀ ਸ਼ਹਿਰ ਦੀ ਅਖਬਾਰ ਖੋਲ੍ਹ ਕੇ ਦੇਖ ਲਈਏ, ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਖਬਰ ਦੇਖ ਲਈਏ ਤਾਂ ਸਾਈਬਰ ਠੱਗੀ ਦੇ ਮਾਮਲੇ ਜੋ ਨੇ ਬਹੁਤ ਜ਼ਿਆਦਾ ਸਾਹਮਣੇ ਆਉਂਦੇ ਨੇ। ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ, ਖਾਸ ਤੌਰ 'ਤੇ ਮੋਹਾਲੀ ਦੀ ਵੀ ਗੱਲ ਕੀਤੀ ਜਾਵੇ, ਮੋਹਾਲੀ 'ਚ ਵੀ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਨੇ। ਕਿਸ ਤਰ੍ਹਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਕਿਸ ਤਰ੍ਹਾਂ ਦੇ ਨਾਲ ਇਸ ਮੁਸ਼ਕਿਲ ਨੂੰ ਟੈਕਲ ਕੀਤਾ ਜਾ ਰਿਹਾ? ਸਭ ਤੋਂ ਪਹਿਲਾਂ ਤਾਂ ਜੀ ਮੈਂ ਇੰਡੀਆ ਨਿਊਜ਼ ਚੈਨਲ ਦਾ ਧੰਨਵਾਦ ਕਰਨਾ ਚਾਹੂੰਗਾ ਕਿ ਉਹਨਾਂ ਨੇ ਮੋਹਾਲੀ ਪੁਲਿਸ ਨੂੰ ਤੇ ਖਾਸ ਕਰ ਮੈਨੂੰ ਇੱਕ ਮੌਕਾ ਦਿੱਤਾ ਕਿ ਮੈਂ ਇੱਥੇ ਤੁਹਾਡੇ ਨਾਲ ਤੇ ਤੁਹਾਡੇ ਚੈਨਲ ਦੇ ਰਾਹੀਂ ਮੈਂ ਮੋਹਾਲੀ ਦੀ ਤੇ ਪੰਜਾਬ ਦੀ ਪਬਲਿਕ ਨਾਲ ਇੰਟਰੈਕਸ਼ਨ ਕਰ ਸਕਾਂ। ਜੇ ਆਪਾਂ ਸਾਈਬਰ ਕ੍ਰਾਈਮ ਦੀ ਗੱਲ ਕਰੀਏ, ਇਸ ਬਾਰੇ ਮੈਂ ਆਪਣੇ ਇਨੀਸ਼ੀਏਟਿਵਸ ਤਾਂ ਦੱਸਦਾ ਹੀ ਹਾਂ ਮੋਹਾਲੀ ਪੁਲਿਸ ਦੇ। ਤੇ ਇਹ ਗੱਲ ਜਿਵੇਂ ਗੱਲ ਤੁਸੀਂ ਸ਼ੁਰੂ ਕੀਤੀ, ਬਹੁਤ ਜ਼ਿਆਦਾ ਵੱਧ ਗਿਆ ਹੈ। ਉਹਦਾ ਆਪਾਂ ਦੇਖੀਏ, ਆਪਣੀ ਵੀ ਡਿਪੈਂਡੈਂਸ ਬਹੁਤ ਜ਼ਿਆਦਾ ਵੱਧ ਗਈ ਹੈ। ਮਤਲਬ ਆਪਾਂ ਹਰ ਚੀਜ਼ ਆਪਾਂ ਹੁਣ ਫੋਨ ਦੇ ਨਾਲ ਕਰ ਰਹੇ ਹਾਂ। ਮਤਲਬ ਮੈਨੂੰ ਇਹ ਗੱਲ ਨੂੰ ਮੈਂ ਕਿਸੇ ਹੋਰ ਸੈਂਸ 'ਚ ਨਾ ਲਈਏ। ਮੈਂ ਹਰ ਬੰਦਾ ਜਿਹੜਾ ਸਾਡੇ ਕੋਲ ਕੰਪਲੇਨੈਂਟ ਆਉਂਦਾ ਹੈ, ਮੈਂ ਉਹਨੂੰ ਇੱਕੋ ਗੱਲ ਕਹਿਣਾ, ਮੈਂ ਕਿਹਾ ਸਾਈਬਰ ਕ੍ਰਾਈਮ ਤੁਹਾਡੇ ਨਾਲ ਤਾਂ ਹੋ ਰਿਹਾ, ਆਪਾਂ ਬੇਸਿਕ ਆਪਣੀ ਕਾਮਨ ਸੈਂਸ ਭੁੱਲ ਗਏ ਆ। ਮਤਲਬ ਜਿਵੇਂ ਬੜਾ ਇੱਕ ਫਰੀਕੁਐਂਟ ਕ੍ਰਾਈਮ ਅੱਜ ਕੱਲ੍ਹ ਹੋ ਰਿਹਾ ਹੈ, ਕਹਿੰਦੇ ਸਾਨੂੰ ਮੈਸੇਜ ਆਉਂਦਾ ਹੈ ਕਿ ਤੁਹਾਡੀ ਅੱਜ ਹੀ ਬਿਜਲੀ ਕੱਟੀ ਜਾਊਗੀ, ਤੁਸੀਂ ਵੀ ਦੇਖਿਆ ਹੋਣਾ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਚਲੋ ਉਹਨਾਂ ਨੂੰ ਇਮੋਸ਼ਨਲੀ ਗੱਲਾਂ 'ਚ ਇਨਵੋਲਵ ਕਰਕੇ ਉਹਨਾਂ ਤੋਂ ਪੈਸੇ ਐਕਸਟਰੈਕਟ ਕਰ ਲੈਂਦੇ ਆ। ਸਭ ਤੋਂ ਪਹਿਲਾਂ ਉਹਨਾਂ ਨੂੰ ਕੁਐਸਚਨ ਇਹ ਹੁੰਦਾ, ਤੁਹਾਨੂੰ ਅੱਜ ਤੱਕ ਕਦੇ ਮੈਸੇਜ ਆਇਆ ਕਿਦਾ? ਅੱਜ ਤੱਕ ਕਦੇ ਸਰਕਾਰ ਨੇ ਤੁਹਾਨੂੰ ਇਹ ਮੈਸੇਜ ਕੀਤਾ ਹੈ ਕਿ ਅੱਜ ਹੀ ਅਸੀਂ ਬਿਜਲੀ ਕੱਟ ਦਾਂਗੇ, ਤੁਸੀਂ ਹੁਣੇ ਕਰੋ? ਮਤਲਬ ਫॉर एवरीथिंग देयर इज अ प्रोसीजर। ਹੁਣ ਜਿਵੇਂ ਆਪਾਂ ਕਾਲਜ 'ਚ ਵੀ ਆਏ ਆ, ਜੇ ਫੋਰ ਐਗਜ਼ਾਮਪਲ ਤੁਹਾਨੂੰ ਕਿਸੇ ਨੂੰ ਆਏ ਤੁਸੀਂ ਅੱਜ ਹੀ ਆਪਣੀ ਫੀਸ ਭਰਾਓ, ਐਲਸ ਤੁਹਾਡੀ ਅਸੀਂ ਡਿਗਰੀ ਕੈਂਸਲ ਕਰ ਦਾਂਗੇ, ਕਦੇ ਨਹੀਂ ਹੁੰਦਾ ਨਾ। ਪਹਿਲਾਂ ਇੱਕ ਨੋਟਿਸ ਆਉਂਦਾ ਹੈ, ਫਿਰ ਤੁਹਾਨੂੰ ਉਸ ਤੋਂ ਬਾਅਦ ਪੈਨਲਟੀ ਲੱਗੂਗੀ, ਫਿਰ ਅੱਗੇ ਕੁਛ ਹੋਊਗਾ, ਠੀਕ ਹੈ ਨਾ। ਸਿਮਿਲਰਲੀ ਜਿਵੇਂ ਬੜਾ ਇੱਕ ਫਰੀਕੁਐਂਟ ਮਤਲਬ ਆਈ ਡੋਂਟ ਜੀ ਜੀ, ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਅਸੀਂ ਆਪਣੇ ਨੇੜੇ ਤੇੜੇ ਇਹੋ ਜਿਹੀਆਂ ਖਬਰਾਂ ਰੋਜ਼ ਦੇਖਦੇ ਵੀ ਹਾਂ। ਹੁਣ ਕਈ ਵਾਰੀ ਫੋਨ ਆ ਜਾਂਦਾ, ਜੀ ਮੈਂ ਤੁਹਾਡੇ ਰਿਸ਼ਤੇਦਾਰ ਬੋਲ ਰਿਹਾ, ਮੈਂ ਉੱਥੇ ਫਸ ਗਿਆ, ਮੈਨੂੰ ਆਹ ਲਿੰਕ ਤੇ ਪੈਸੇ ਭੇਜ ਦਿਓ। ਜੀ ਜੀ, ਮੈਂ ਆਹੀ ਗੱਲ ਤੇ ਅਗਲਾ ਆਉਣ ਲੱਗਿਆ ਸੀਗਾ। ਉਹ ਕ੍ਰਿਮੀਨਲ ਅਸਲ 'ਚ ਕੀ ਕਰ ਰਿਹਾ, ਤੁਹਾਡੀ ਇਮੋਸ਼ਨਸ ਨਾਲ ਖੇਡ ਰਿਹਾ, ਠੀਕ ਹੈ ਨਾ। ਹੁਣ ਮੈਂ ਜਿਹੜੇ ਰਿਸ਼ਤੇਦਾਰ ਵਾਲੇ ਆਉਂਦੇ, ਮੈਂ ਉਹਨਾਂ ਨੂੰ ਪਹਿਲਾ ਕੁਐਸਚਨ ਇਹੀ ਪੁੱਛਦਾ ਕਿ ਤੁਸੀਂ ਆਪਣੇ ਰਿਸ਼ਤੇਦਾਰ ਦੀ ਆਵਾਜ਼ ਨਹੀਂ ਪਛਾਣੀ? ਨਹੀਂ ਜੀ, ਸਾਡੀ ਤਾਂ ਉਹਦੇ ਨਾਲ ਗੱਲ ਹੀ ਨਹੀਂ ਹੋਈ ਜੀ, 20 ਸਾਲ ਹੋ ਗਏ, ਠੀਕ ਹੈ ਨਾ। ਹੁਣ ਆਪਾਂ ਪੰਜਾਬੀਜ਼ ਕਿਤੇ ਨਾ ਕਿਤੇ ਆਪਾਂ ਅਬਰੋਡ ਜਾਣ ਲਈ ਜਾਂ ਅਬਰੋਡ ਨਾਲ ਆਪਾਂ ਇਮੋਸ਼ਨਲੀ ਬਹੁਤ ਜ਼ਿਆਦਾ ਕਨੈਕਟਡ ਹੁੰਦੇ ਹਾਂ, ਕਿਉਂਕਿ ਆਪਣਾ ਕੋਈ ਨਾ ਕੋਈ ਦੋਸਤ ਬਾਹਰ ਹੈ, ਕੋਈ ਨਾ ਕੋਈ ਆਪਣਾ ਰਿਸ਼ਤੇਦਾਰ ਬਾਹਰ ਹੈ। ਆਪਾਂ ਵੀ ਕਿਤੇ ਨਾ ਕਿਤੇ ਜ਼ਰੂਰ ਸੋਚਦੇ ਹਾਂ ਕਿ ਹਾਂ ਮੈਂ ਜੇ ਰਹਿਣ ਨਹੀਂ ਜਾਊਂਗਾ ਤਾਂ ਘੁੰਮਣ ਤਾਂ ਮੈਂ ਜ਼ਰੂਰ ਜਾਊਂਗਾ ਬਾਹਰ ਇੱਕ ਵਾਰ। ਸੋ ਬੈਕ ਆਫ ਦਾ ਮਾਈਂਡ ਆਪਾਂ ਉਹਨਾਂ ਨਾਲ ਇਮੋਸ਼ਨਲੀ ਕਨੈਕਟਡ ਆ। ਉਹ ਫਿਰ ਉਹ ਕੁਛ ਵੀ ਆਪਾਂ ਨੂੰ ਬੰਦਾ ਡਿਮਾਂਡ ਕਰਦਾ ਨਾ, ਆਪਾਂ ਕ੍ਰੋਸ ਚੈੱਕ ਕਦੇ ਨਹੀਂ ਕਰਦੇ। ਹੁਣ ਇੱਕ ਸਕੈਮ ਬਹੁਤ ਬਜ਼ੁਰਗਾਂ ਨਾਲ ਹੁੰਦਾ, ਉਹ ਕਹਿੰਦੇ ਜੀ ਸਾਨੂੰ ਫੋਨ ਆਇਆ, ਉਹ ਬੜੀ ਟੈਨਸ਼ਨ 'ਚ ਸੀਗਾ, ਉਹ ਕਹਿੰਦਾ ਤੂੰ ਮੈਨੂੰ ਹੁਣੇ ਪੈਸੇ ਪਾ ਦੇ। ਮੈਂ ਕਿਹਾ ਜੀ ਤੁਹਾਡੇ ਕੋਲ ਉਹਦਾ ਨੰਬਰ ਨਹੀਂ ਸੀਗਾ? ਨਹੀਂ ਸੀਗਾ। ਮੈਂ ਕਿਹਾ ਫਿਰ ਇੱਕ ਵਾਰ ਤੁਸੀਂ ਕ੍ਰੋਸ ਚੈੱਕ ਤਾਂ ਕਰ ਲੈਂਦੇ। ਉਹ ਬੰਦੇ ਨੂੰ ਇਹੋ ਜਿਹਾ ਤੁਹਾਨੂੰ ਬ੍ਰੇਨ ਵਾਸ਼ ਇਹੋ ਜਿਹਾ ਤੁਹਾਨੂੰ ਕਰ ਦਿੰਦੇ ਆ, ਤੁਸੀਂ ਇਮੋਸ਼ਨਲੀ ਅਟੈਚ ਹੋ ਜਾਂਦੇ ਹੋ, ਇੱਕ ਟਰੈਪ 'ਚ ਫਸ ਜਾਂਦੇ। ਚਲੋ ਮਤਲਬ ਹੁਣ ਸਾਈਬਰ ਕ੍ਰਾਈਮ, ਇਹ ਤਾਂ ਮੈਂ ਵੈਸੇ ਇੰਟਰੋਡਕਸ਼ਨ ਲਈ ਦੇਣ ਨੂੰ ਸ਼ੁਰੂ ਕੀਤਾ ਸੀ। ਅਸੀਂ ਇੱਕ ਬਕਾਇਦਾ ਜੀ ਇੱਥੇ ਇੱਕ ਸਾਈਬਰ ਸੈੱਲ ਸੈਟਅਪ ਕੀਤਾ ਹੋਇਆ ਤੇ 24/7 ਸਾਡਾ ਸਾਈਬਰ ਸੈੱਲ ਇੱਕ ਸੈਟਅਪ ਹੋਇਆ। ਐਨੀ ਟਾਈਮ ਸਾਡੇ ਕੋਲ ਕੰਪਲੇਨੈਂਟ ਆ ਸਕਦਾ। ਇੱਕ ਮੈਂ ਹੁਣ ਤੁਹਾਡੇ ਚੈਨਲ ਦੇ ਰਾਹੀਂ ਇੱਕ ਦੱਸਦਾ, ਇੱਕ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ 1930। ਤੁਹਾਡੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਾਈਬਰ ਕ੍ਰਾਈਮ ਹੋਏ, ਤੁਸੀਂ ਨਾਲ ਦੀ ਨਾਲ 1930 ਤੇ ਰਿਪੋਰਟ ਕਰਨਾ। 1930 ਤੇ ਰਿਪੋਰਟ ਕਰਨ ਦਾ ਫਾਇਦਾ ਕੀ ਹੈ? ਉਹਦੇ ਨਾਲ ਮਤਲਬ ਸਟੇਟ ਸਾਈਬਰ ਵੀ ਅਟੈਚਡ ਹੈ, ਬੈਂਕਸ ਤੇ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਨਾਲ ਅਟੈਚਡ ਨੇ। ਫੋਰ ਐਗਜ਼ਾਮਪਲ ਤੁਹਾਡੇ ਨਾਲ ਕੋਈ ਸਾਈਬਰ ਕ੍ਰਾਈਮ ਹੋ ਗਿਆ, ਉਹ ਬੰਦੇ ਨੇ ਕਿਤੇ ਤਾਂ ਪੇਮੈਂਟ ਕੀਤੀ ਨਾ, ਜੇ ਉਹਨੇ ATM 'ਚੋਂ ਜਾ ਕੇ ਬੰਦੇ ਨੇ ਪੈਸੇ ਨਹੀਂ ਕਢਾਏ ਤਾਂ ਐਟਲੀਸਟ ਉਹਦਾ ਅਕਾਊਂਟ ਫਰੀਜ਼ ਹੋ ਜਾਊਗਾ। ਕ੍ਰਿਮੀਨਲ ਫੜਿਆ ਜਾਏ ਨਾ ਫੜਿਆ ਜਾਏ, ਐਟਲੀਸਟ ਤੁਹਾਡੀ ਜਿਹੜਾ ਪੈਸਾ ਫਾਈਨੈਂਸ਼ੀਅਲ ਤੁਹਾਡਾ ਨੁਕਸਾਨ ਹੋਇਆ ਉਹ ਵਾਪਸ ਆ ਜਾਊਗਾ। ਫੋਰ ਐਗਜ਼ਾਮਪਲ ਉਹਨੇ ਐਮਾਜ਼ੋਨ, ਫਲਿੱਪਕਾਰਟ 'ਤੇ ਕੁਛ ਪਰਚੇਜ਼ ਕੀਤੀ ਹੈ ਆਈਟਮ, ਤਾਂ ਨਾਲ ਹੀ ਅਸੀਂ ਐਮਾਜ਼ੋਨ, ਫਲਿੱਪਕਾਰਟ ਨੂੰ ਵੀ ਮੈਸੇਜ ਪਾ ਸਕਦੇ ਹਾਂ ਕਿ ਜਿਹੜੀ ਇਹ ਟ੍ਰਾਂਜੈਕਸ਼ਨ ਹੈ ਇਹਨੂੰ ਹੋਲਡ 'ਤੇ ਲਾ ਦਿੱਤਾ ਜਾਵੇ।
ਮਤਲਬ ਸਾਈਬਰ ਕ੍ਰਾਈਮ ਇਜ਼ ਸੱਚ ਅ ਥਿੰਗ, ਇਹਦੇ 'ਚ ਆਪਾਂ ਵੈਲਿਊਏਬਲ ਟਾਈਮ ਇਜ਼ ਦ ਸੈਂਸ। ਟਾਈਮ ਨਹੀਂ ਤੁਸੀਂ ਵੇਸਟ ਕਰਨਾ ਬਿਲਕੁਲ ਵੀ। ਨਾਲ ਦੀ ਨਾਲ 1930 ਤੇ ਕਾਲ, ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਆਉਣਾ, ਉਸ ਤੋਂ ਬਾਅਦ ਤੁਸੀਂ ਨੀਅਰੈਸਟ ਪੁਲਿਸ ਸਟੇਸ਼ਨ ਦੇ ਜਾਣਾ ਜੀ। ਪਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਅਸੀਂ ਦੇਖਦੇ ਹਾਂ ਅਕਸਰ ਹੀ ਹੁਣ ਮੂਵੀਜ਼ ਵਗੈਰਾ ਵੀ ਬਹੁਤ ਸਾਰੀਆਂ ਆਉਂਦੀਆਂ ਨੇ, ਉਸ ਦੇ ਵਿੱਚ ਵੀ ਦੱਸਿਆ ਜਾਂਦਾ, ਉਹ ਤਾਂ ਸਾਈਬਰ ਕ੍ਰਾਈਮ ਕਰਨ ਦੇ ਤਰੀਕੇ ਦੱਸਦੇ ਨੇ, ਬਚਣ ਦੇ ਤਰੀਕੇ ਉਸ ਦੇ ਵਿੱਚ ਘੱਟ ਦੱਸੇ ਹੁੰਦੇ ਨੇ। ਮੂਵੀਜ਼ ਵਗੈਰਾ ਦੇਖ ਲਈਏ ਜਾਂ ਕੋਈ ਵੈਬ ਸੀਰੀਜ਼ ਦੇਖ ਲਈਏ, ਪਰ ਕਾਫੀ ਸਾਰੇ ਜਿਸ ਤਰ੍ਹਾਂ ਹੁਣ ਇੱਕ ਬਣ ਗਿਆ ਐਪਿਕ ਸੈਂਟਰ, ਕਹਦੇ ਕਿ ਐਪੀ ਸੈਂਟਰ ਬਣ ਗਿਆ ਕਿ ਝਾਰਖੰਡ ਹੈ, ਝਾਰਖੰਡ ਤੋਂ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ, ਇੱਥੇ ਵੀ ਆਉਂਦੀਆਂ ਹੋਣਗੀਆਂ, ਠੱਗੀ ਦੇ ਮਾਮਲੇ ਹੁੰਦੇ ਹੋਣਗੇ, ਤੇ ਕੀ ਉਹ ਟਰੇਸ ਹੋ ਜਾਂਦਾ ਹੈ? ਕੀ ਉਹ ਕਲਪ੍ਰਿਟ ਜਿਹੜਾ ਹੈ ਉਹ ਫੜਿਆ ਜਾਂਦਾ ਹੈ? ਕੀ ਜਿਹੜਾ ਪੈਸਾ ਮੰਨ ਲਓ ਹੁਣ ਕਿਸੇ ਨਾਲ ਕੋਈ ਠੱਗੀ ਹੋਈ ਹੈ, ਕੀ ਉਹਦਾ ਪੈਸਾ ਉਹਨੂੰ ਵਾਪਸ ਮਿਲ ਜਾਂਦਾ ਹੈ? ਉਹਦੇ ਵਾਸਤੇ ਕੀ ਪ੍ਰੋਸੈਸ ਅਪਣਾਇਆ ਜਾਂਦਾ ਹੈ? ਕਿੰਨਾ ਕੁ ਟਾਈਮ ਲੱਗਦਾ ਹੈ ਜੇ ਕਿਸੇ ਦਾ ਮਿਹਨਤ ਦਾ ਪੈਸਾ ਚਲਾ ਗਿਆ, ਗਲਤੀ ਨਾਲ ਕਲਿੱਕ ਹੋ ਗਿਆ, ਕੁਛ ਹੋ ਗਿਆ? ਦੇਖੋ ਜੀ, ਜੇ ਉਹ ਅਸੀਂ ਇਸ ਕ੍ਰਾਈਮਸ 'ਚ ਓਬਜ਼ਰਵ ਕੀਤਾ ਹੈ, ਤੁਸੀਂ ਹੁਣ ਜਿਵੇਂ ਉਹ ਸੀਰੀਜ਼ ਦੀ ਗੱਲ ਕਰ ਰਹੇ ਹੋ, ਜਿਹੜੀ ਮੂਵੀਜ਼ ਵੀ ਬਣੀਆਂ, ਉਸ ਵੀ ਬੜਾ ਇੱਕ ਲੇਮੈਨ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਉਹ ਸਿਮ ਕਿਸੇ ਦੇ ਨਾਮ ਤੇ ਲੈਂਦੇ ਹੈ, ਬੈਂਕ ਅਕਾਊਂਟ ਕਿਸੇ ਦੇ ਨਾਮ ਤੇ ਹੁੰਦਾ ਹੈ, ਐਜ਼ ਸੂਨ ਐਜ਼ ਉਹ ਕ੍ਰਾਈਮ ਕਰਦੇ ਆ ਨਾਲ ਹੀ ਸਿਮ ਤੋੜ ਦਿੰਦੇ ਆ, ਨਾਲ ਹੀ ਫੋਨ ਤੋੜ ਦਿੰਦੇ ਆ। ਰਹੀ ਗੱਲ ਟਰੇਸ ਕਰਨ ਦੀ, ਉਹ ਫਿਰ ਮੈਂ ਗੱਲ ਰਿਪੀਟ ਕਰੂੰਗਾ, ਟਾਈਮ ਇਜ਼ ਦ ਸੈਂਸ। ਤੁਸੀਂ ਸਾਡੇ ਕੋਲ ਟਾਈਮਲੀ ਆ ਜਾਓਗੇ, ਅਸੀਂ ਫਸਟ ਸਟੈਪ, ਸਾਡੀ ਫਸਟ ਪ੍ਰਾਇੋਰਟੀ ਇਹ ਹੁੰਦੀ ਹੈ ਕਿ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਸ ਤੋਂ ਬਚਾਅ ਹੋ ਜੇ, ਠੀਕ ਹੈ ਨਾ। ਹੁਣ ਇਹ ਫਾਈਨੈਂਸ਼ੀਅਲ ਟ੍ਰੇਲ ਹੈ, ਉਹਨੇ ਫੋਰ ਐਗਜ਼ਾਮਪਲ ਜੇ ਅਕਾਊਂਟ 'ਚ ਪੈਸੇ ਪਾਏ ਆ, ਉਹ ਕਿਤੋਂ ਕਢਾਊਗਾ ਵੀ, ਠੀਕ ਹੈ ਨਾ। ਮਤਲਬ ਮੈਂ 100% ਨਹੀਂ ਕਹਿ ਸਕਦਾ ਅਸੀਂ ਟਰੇਸ ਕਰ ਲੈਂਦੇ ਹਾਂ, ਬਟ ਮੋਰ ਦੈਨ 50% 'ਚ ਅਸੀਂ ਟਰੇਸ ਕਰ ਲੈਂਦੇ ਹਾਂ ਬੰਦਾ, ਠੀਕ ਹੈ ਨਾ। ਫੋਰ ਐਗਜ਼ਾਮਪਲ ਜੋ ਕਿਸੇ ਦੇ ਅਕਾਊਂਟ 'ਚ ਪੈਸਾ ਪਾ ਦੂਗਾ, ਉਹ ਤਾਂ ਅੱਗੇ ਟ੍ਰੇਲ ਚੱਲ ਪੈਣੀ ਆ, ਸਾਨੂੰ ਕਿਤੇ ਨਾ ਕਿਤੇ ਪੁਆਇੰਟ 'ਤੇ ਉਹ ਫੜਿਆ ਜਾਂਦਾ। ਫੋਰ ਐਗਜ਼ਾਮਪਲ ਉਹ ਜੇ ਕਿਸੇ ATM 'ਚ ਜਾ ਕੇ ਪੈਸੇ ਕਢਾਊਗਾ ਤਾਂ ਉੱਥੇ ਉਹਦੀ ਫੋਟੋ ਆ ਜੂਗੀ, ਠੀਕ ਹੈ ਨਾ। ਬਟ ਟਾਈਮ ਇਜ਼ ਦ ਸੈਂਸ, ਜਿੰਨੀ ਜਲਦੀ ਸਾਨੂੰ ਪਤਾ ਚੱਲ ਜੂਗਾ ਉਨੀ ਦੇਰ ਹੀ ਅਸੀਂ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲ ਆਉਂਗੇ 2 ਦਿਨ ਬਾਅਦ, ਉਹਨੇ ਤੁਹਾਡੇ ਨਾਲ ਜੇ ₹1,00,000 ਦਾ ਫਰਾਡ ਕਰਤਾ, ਉਹ ਨਾਲ ਹੀ ATM 'ਚੋਂ ਕਢਾਊਗਾ, ATM ਵੀ ਤੋੜ ਦੂਗਾ, ਸਭ ਕੁਛ, ਸਿਮ ਵੀ ਤੋੜ ਦੂਗਾ। ਸੋ ਇਟ ਵਿਲ ਬਿਕਮ ਡਿਫਿਕਲਟ ਫॉर ਅਸ ਟਰੇਸ ਕਰਨ। ਹੁਣ ਇੱਕ ਸੌਰੀ, ਮੈਂ ਪਹਿਲਾਂ ਤੁਹਾਡਾ ਜਿਹੜਾ ਕੁਐਸਚਨ ਸੀਗਾ ਕਿ ਸਾਈਬਰ ਕ੍ਰਾਈਮ ਵੱਖਰੇ ਹੋਣ ਲੱਗ ਗਏ ਨੇ, ਇਹਦੇ ਬਾਰੇ ਮੈਂ ਇਸ ਗੱਲ ਤੇ ਤੁਹਾਡੇ ਨਾਲ ਡਿਫਰ ਕਰਦਾ, ਪਬਲਿਕ ਨਾਲ ਡਿਫਰ ਕਰਦਾ। ਸਾਈਬਰ ਕ੍ਰਾਈਮ ਤਾਂ ਇੱਕੋ ਹੋ ਰਿਹਾ। ਪਹਿਲਾਂ ਹੁੰਦਾ ਸੀਗਾ ਤੁਹਾਡੇ ਤੋਂ ਫੋਨ ਕਰਕੇ OTP ਲੈ ਲੈਂਦੇ ਸੀਗੇ, ਹੁਣ ਹੁੰਦਾ ਹੈ ਕਿ ਤੁਹਾਨੂੰ, ਚਲੋ ਇੰਜੀਨੀਅਰਿੰਗ ਕਾਲਜ ਦੇ ਬੱਚੇ ਹੋ, ਤੁਸੀਂ ਸਮਝੋਗੇ ਵੀ ਹੁਣ ਕੀ ਕਰਦੇ ਆ, ਤੁਹਾਡੇ ਫੋਨ ਤੇ ਇੱਕ ਲਿੰਕ ਭੇਜ ਦਿੰਦੇ ਆ। ਲਿੰਕ ਨਾਲ ਕੀ ਹੁੰਦਾ, ਉਹ ਤੁਹਾਡੇ ਫੋਨ ਦੀ ਸਕਰੀਨ ਦਾ ਅਸੈਸ ਲੈ ਲੈਂਦੇ ਆ, ਠੀਕ ਹੈ ਨਾ। ਔਰ ਉਹ ਕੋਈ ਤੁਹਾਡੇ ਫੋਨ 'ਚ ਐਪ ਇੰਸਟਾਲ ਕਰਨ ਨੂੰ ਤੁਹਾਨੂੰ ਕਹਿ ਦੇਣਗੇ। ਉਹ ਐਪ ਨਾਲ ਬੇਸਿਕਲੀ ਕੀ ਹੁੰਦਾ, ਐਪ ਇਜ਼ ਅ ਲੀਗਲ ਐਪ। ਆਪਾਂ ਫੋਰ ਐਗਜ਼ਾਮਪਲ ਆਪਣਾ ਕੰਪਿਊਟਰ ਵੀ ਠੀਕ ਕਰਾਉਣਾ ਨਾ, ਆਪਾਂ ਸਰਵਿਸ ਇੰਜੀਨੀਅਰ ਨੂੰ ਆਪਣੇ ਕੰਪਿਊਟਰ ਦਾ ਅਸੈਸ ਦੇ ਦਿੰਦੇ ਆ ਕਿ ਯਾਰ ਤੂੰ ਮੇਰੀ ਸਕਰੀਨ ਨੂੰ ਅਸੈਸ ਕਰ ਲਾ, ਮੈਨੂੰ ਦੱਸ ਦੇ ਕਿੱਥੇ ਕਿੱਥੇ ਕਲਿੱਕ ਕਰਨਾ। ਸੋ ਇਟਸ ਅ ਟੋਟਲੀ ਲੀਗਲ ਐਪ। ਬਟ ਫਿਰ ਗੱਲ ਉਹੀ ਆ ਗਈ, ਹੁਣ ਬਾਕੀ ਸਾਰੀਆਂ ਤਾਂ ਕਹਾਣੀਆਂ ਨੇ ਉਹ ਚੀਜ਼ ਤੱਕ ਪਹੁੰਚਣ ਨੂੰ ਜੀ। ਚਾਹੇ ਮੈਂ ਤੁਹਾਡਾ ਰਿਸ਼ਤੇਦਾਰ ਬਣ ਕੇ ਤੁਹਾਨੂੰ ਕਹਾਂ ਜੀ ਆਹ ਲਿੰਕ ਨੂੰ ਇੰਸਟਾਲ ਕਰ ਲਓ, ਚਾਹੇ ਮੈਂ ਤੁਹਾਨੂੰ ਕਹਾਂ ਕਿ ਜੀ ਬਿਜਲੀ ਦਾ ਬਿੱਲ ਭਰ ਦਿਓ ਜੀ, ਚਾਹੇ ਮੈਂ ਤੁਹਾਨੂੰ ਕੋਈ ਥ੍ਰੈਟ ਕਾਲ ਕਰਾਂ, ਚਾਹੇ ਮੈਂ ਤੁਹਾਨੂੰ ਕਹਾਂ ਕਿ ਜੀ ਆ ਤੁਹਾਡੀ ਲੋਟਰੀ ਨਿਕਲੀ ਹੈ, ਉਹ ਤਾਂ ਸਿਰਫ ਤੁਹਾਡੀ ਇਮੋਸ਼ਨ। ਹੁਣ ਦੇਖੋ ਲੋਟਰੀ ਨਿਕਲਣਾ ਵੀ ਫਿਰ ਤੁਹਾਡੀਆਂ ਇਮੋਸ਼ਨਸ ਨਾਲ ਖੇਡ ਰਹੇ ਆ। ਤੁਹਾਨੂੰ ਕਹਿਣਗੇ ਤੁਹਾਡੀ ਕਰੋੜ ਰੁਪਏ ਦੀ ਲੋਟਰੀ ਨਿਕਲ ਗਈ, ਤੁਹਾਨੂੰ ਇਹਦੇ ਲਈ ਜੀ ਸਿਰਫ 100 ਰੁਪਇਆ ਦੇਣਾ ਪੈਣਾ ਹੈ ਜੀ। ਆਪਣਾ ਲਿੰਕ ਸ਼ੇਅਰ ਕਰਿਓ ਜੀ, ਆਪਣਾ ਆਧਾਰ ਕਾਰਡ ਸ਼ੇਅਰ ਕਰਿਓ ਜੀ। ਲੋਨ ਐਪਸ ਬਣੀਆਂ ਨੇ, ਤੁਸੀਂ ਦੇਖਿਆ ਹੋਣਾ, ਥਾਂ ਥਾਂ ਆਉਂਦਾ ਲੋਨ ਐਪ ਲਓ ਜੀ, ਤੁਹਾਨੂੰ 2000 ਰੁਪਏ ਦਾ ਲੋਨ ਦਿੰਨੇ ਆ ਜੀ। ਉਹ ਤੁਹਾਨੂੰ ਐਂਟਾਈਸ ਕਰ ਰਹੇ ਆ। ਉਹ 2000 ਰੁਪਏ ਦਾ ਲੋਨ ਲੈ ਕੇ ਤੁਸੀਂ ਬਿਨਾਂ ਦੇਖੇ ਪਰਮਿਸ਼ਨਸ ਦੇ ਦਿੰਦੇ ਹੋ। ਪਰਮਿਸ਼ਨਸ ਦੇ ਕੇ ਕਰਦੇ ਕਿ ਤੁਹਾਡੀ ਫੋਟੋਜ਼ ਦਾ ਅਸੈਸ ਲੈ ਲੈਂਦੇ ਹੋ ਜੀ, ਠੀਕ ਹੈ ਨਾ। ਆਪਾਂ ਬਿਨਾਂ ਤੁਸੀਂ ਇਹ ਵੀ ਗੱਲ ਦਾ ਜ਼ਿਕਰ ਕੀਤਾ, ਫੋਟੋਜ਼ ਦੀ ਵੀ ਗੱਲ ਹੁੰਦੀ ਹੈ। ਅੱਜ ਕੱਲ੍ਹ ਇੱਕ ਨਵਾਂ ਤਰੀਕਾ ਚੱਲ ਪਿਆ ਹੈ, ਜਿਸ ਤਰ੍ਹਾਂ ਦੇ ਨਾਲ ਕੋਈ ਵੀਡੀਓ ਕਾਲ ਹੁੰਦੀ ਹੈ, ਫਿਰ ਬੰਦੇ ਦੀ ਸਕਰੀਨ ਰਿਕਾਰਡਿੰਗ ਕਰ ਲਈ ਜਾਂਦੀ ਹੈ, ਫਿਰ ਉਹਨੂੰ ਬਲੈਕਮੇਲ ਕੀਤਾ ਜਾਂਦਾ ਹੈ ਕਿ ਮੇਰੇ ਕੋਲ ਤੇਰੇ ਅਜਿਹੇ ਕੁਝ ਵੀਡੀਓਜ਼ ਨੇ, ਆਫਸਕਰੀਨ ਸੀਨਸ ਨੇ ਜਾਂ ਕੁਝ ਵੀ ਨੇ, ਕਿ ਅਸੀਂ ਉਹ ਅਪਲੋਡ ਕਰ ਦਾਂਗੇ, ਠੀਕ ਹੈ। ਜੇ ਤਾਂ ਉਹ ਬੰਦਾ ਪਹਿਲੀ ਵਾਰ ਦੇ ਵਿੱਚ ਪੈਸੇ ਦੇ ਦਿੰਦਾ ਤੇ ਉਹ ਫਿਰ ਉਹਨੂੰ ਹੋਰ ਬਲੈਕਮੇਲ ਕਰਨਾ ਸ਼ੁਰੂ ਕਰਦੇ। ਕਈ ਬੰਦੇ ਤਾਂ ਸੁਸਾਈਡ ਵੀ ਕਰ ਚੁੱਕੇ ਨੇ, ਤੁਸੀਂ ਵੀ ਇਹੋ ਜਿਹੇ ਕੇਸਿਸ ਦੇਖੇ ਹੋਣੇ ਨੇ। ਤੇ ਇਹ ਜਿਹੜਾ ਕ੍ਰਾਈਮ ਦਾ ਇੱਕ ਨਵਾਂ ਤਰੀਕਾ ਆ ਗਿਆ, ਇਸ ਤੋਂ ਕਿਵੇਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ? ਕੀ ਮੰਨ ਲਓ ਜੇ ਕਿਸੇ ਨਾਲ ਕੋਈ ਘਟਨਾ ਇਹੋ ਜਿਹੀ ਵਾਪਰ ਗਈ, ਠੀਕ ਹੈ, ਉਹਨੇ ਕਿਸੇ ਨਾਲ ਵੀਡੀਓ ਕਾਲ ਕਰ ਲਈ ਜਾਂ ਜੋ ਵੀ ਗੱਲਬਾਤ ਹੋ ਗਈ ਉਹਨਾਂ ਦੀ, ਉਸ ਤੋਂ ਕਿਵੇਂ ਬਚਿਆ ਜਾ ਸਕਦਾ? ਤੇ ਜੇ ਉਹਨਾਂ ਠੱਗੀ ਹੋ ਗਈ ਤੇ ਉਹ ਕਿਵੇਂ ਬਚੇਗਾ ਫਿਰ? ਦੇਖੋ ਜੀ, ਪਹਿਲਾਂ ਤਾਂ ਮੈਂ ਬਚਣ ਵਾਲੀ ਗੱਲ ਜੀ ਕਰਦਾ। ਹੁਣ ਮਤਲਬ ਆਪਾਂ ਨੂੰ ਦੱਸਿਆ ਜਾਂਦਾ ਕਿ ਕਿਸੇ ਅਨਵੈਰੀਫਾਈਡ ਲਿੰਕ ਤੇ ਕਲਿੱਕ ਨਹੀਂ ਕਰਨਾ, ਠੀਕ ਹੈ ਨਾ। ਤੁਸੀਂ ਅਨਵੈਰੀਫਾਈਡ ਲਿੰਕ ਕੋਈ ਤੁਹਾਨੂੰ ਬਣ ਕੇ ਆਉਂਦਾ, ਉਹ ਤੇ ਕਲਿੱਕ ਨਹੀਂ ਕਰਨਾ। ਕੋਈ ਅਨਵੈਰੀਫਾਈਡ ਐਪ ਨਹੀਂ ਇੰਸਟਾਲ ਕਰਨੀ,
ਮਤਲਬ ਗੂਗਲ ਪੇ ਸਟੋਰ ਜਾਂ ਐਪ ਸਟੋਰ ਤੋਂ ਕਰ ਲਓ ਜਿਹੜੀਆਂ ਵੈਰੀਫਾਈਡ ਐਪਸ ਨੇ। ਦੂਜੀ ਗੱਲ, ਜਦੋਂ ਵੈਰੀਫਾਈਡ ਐਪਸ ਵੀ ਕੀਤੀਆਂ ਉਹਦੇ 'ਚ ਦੇਖੋ ਪਰਮਿਸ਼ਨਸ ਸੋਚ ਕੇ ਦਿਓ। ਇਹ ਇੱਕ ਸਾਈਬਰ ਵਰਲਡ ਹੈ, ਉਹਦੇ 'ਚ ਤੁਸੀਂ ਮਤਲਬ ਹੁਣ ਫੋਰ ਐਗਜ਼ਾਮਪਲ ਮਤਲਬ ਮੈਂ ਜਿਵੇਂ ਬਿਲਕੁਲ ਚਲੋ ਤੁਹਾਡੇ ਨਾਲ ਕੋਈ ਸਿੰਪਲ ਗੱਲ ਕਰਾਂ, ਮਤਲਬ ਹੁਣ ਫੋਰ ਐਗਜ਼ਾਮਪਲ ਜੇ ਮੈਂ ਕੋਈ ਵੀਡੀਓ ਦੀ ਐਪ ਇੰਸਟਾਲ, ਵੀਡੀਓ ਦੇਖਣ ਦੀ ਮੈਂ ਕੋਈ ਐਪ ਇੰਸਟਾਲ ਕਰਨੀ ਹੈ, ਮੈਨੂੰ ਆਪਣੇ ਕੰਟੈਕਟਸ ਦਾ ਅਸੈਸ ਦੇਣ ਦੀ ਕੀ ਲੋੜ ਹੈ? ਜੇ ਉਹ ਤੁਹਾਡੇ ਤੇ ਕੰਟੈਕਟਸ ਦਾ ਅਸੈਸ ਮੰਗ ਰਿਹਾ ਹੈ, ਜੇ ਉਹ ਤੁਹਾਡੇ ਮੈਸੇजेस ਦਾ ਅਸੈਸ ਮੰਗ ਰਿਹਾ ਹੈ, ਠੀਕ ਹੈ ਨਾ, ਕੀ ਦੇਣ ਦੀ ਲੋੜ ਹੈ? ਆਪ ਫਿਰ ਮੈਂ ਸੌਰੀ ਮੈਂ ਗੱਲ ਨੂੰ ਫੇਰ ਮੇਨ ਪਹਿਲੇ ਵਾਲੇ ਪੁਆਇੰਟ ਤੇ ਹੀ ਆ ਰਹੇ ਹਾਂ, ਆਪਾਂ ਕਾਮਨ ਸੈਂਸ ਭੁੱਲ ਜਾਂਦੇ ਹਾਂ। ਮਤਲਬ ਮੈਂ ਹੁਣ ਇੱਕ ਲੇਮੈਨ ਲੈਂਗੁਏਜ 'ਚ ਤੁਹਾਨੂੰ ਸਾਰਿਆਂ ਨਾਲ ਗੱਲ ਕਰਦਾ ਜੀ। ਦੇਖੋ ਲੇਮੈਨ ਲੈਂਗੁਏਜ, ਹੁਣ ਆਪਾਂ ਮੈਂ ਕਾਮਨ ਸੈਂਸ ਕਿਵੇਂ ਭੁੱਲ ਗਿਆ? ਆਪਾਂ ਕੋਈ ਆਪਾਂ ਨੂੰ ਬੁਲਾਉਂਦਾ ਹੈ ਕਿਤੇ, ਮੈਨੂੰ ਜੀ ਲੋਕੇਸ਼ਨ ਭੇਜ ਦਿਓ ਫੋਨ ਤੇ, ਲੋਕੇਸ਼ਨ ਭੇਜ ਦਿਓ ਜੀ। ਜਦੋਂ ਫੋਨ ਨਹੀਂ ਹੁੰਦੇ ਸੀ ਉਦੋਂ ਆਪਾਂ ਥਾਂ ਤੇ ਕਿਵੇਂ ਪਹੁੰਚਦੇ ਸੀਗੇ? ਆਪਾਂ ਨੂੰ ਰੱਬ ਨੇ ਮਤਲਬ ਇਟ ਇਜ਼ ਨਾਟ ਦੈਟ ਕਿ ਲੋਕੇਸ਼ਨ ਨਾ ਮੰਗਵਾਓ ਜਾਂ ਨੋ, ਆਪਾਂ ਸਗੋਂ ਡਿਪੈਂਡ ਹੋਣਾ ਚਾਹੀਦਾ, ਬਟ ਆਪਾਂ ਬੇਸਿਕ ਗੱਲਾਂ 'ਚ ਹੁਣ ਫੋਰ ਐਗਜ਼ਾਮਪਲ ਮੈਨੂੰ ਊਜਾ ਸਾਹਿਬ ਇਹਨਾਂ ਦਾ ਫੋਨ ਆਇਆ ਜੀ ਘੜੂਆਂ ਯੂਨੀਵਰਸਿਟੀ ਆ ਜਾਓ, ਮੈਂ ਉਹਨਾਂ ਨੂੰ ਕਹਾਂ ਲੋਕੇਸ਼ਨ, ਹੁਣ ਮੈਨੂੰ ਇਹ ਤਾਂ ਪਤਾ ਨਾ ਕਿ ਘੜੂਆਂ ਪਿੰਡ ਕਿੱਥੇ ਹੈ ਜੀ, ਮੈਂ ਉੱਥੇ ਨੇੜੇ ਜਾ ਕੇ ਕੋਈ ਬੋਰਡ ਦੇਖ ਲੂੰਗਾ, ਮੈਂ ਕਿਸੇ ਨੂੰ ਫੋਨ ਕਰ ਲੂੰਗਾ, ਚਲੋ ਜੇ ਮੇਰੇ ਉਹ ਟਰਸਟਵਰਦੀ ਹੋਣਗੇ ਮੈਂ ਉਹਨਾਂ ਤੋਂ ਲੋਕੇਸ਼ਨ ਵੀ ਮੰਗਾ ਲੂੰਗਾ। ਬਟ ਆਪਾਂ ਹਰ ਕਿਸੇ ਨਾਲ ਹੀ, ਆਪਾਂ ਨੂੰ ਕੋਈ ਵੀ ਫੋਨ ਕਰਦਾ ਜੀ ਤੁਸੀਂ ਬੁਕਿੰਗ ਕਰਾਣੀ ਹੈ ਜੀ, ਉਹ ਕਹੂਗਾ ਜੀ ਆਪਣਾ ਆਧਾਰ ਕਾਰਡ ਫੋਨ ਤੇ ਭੇਜ ਦਿਓ ਜੀ, ਆਪਾਂ 1 ਮਿੰਟ ਲਾਉਂਦੇ ਆ ਭੇਜਣ ਨੂੰ, ਆਪਾਂ 1 ਮਿੰਟ ਲਾਉਂਦੇ ਆ, ਆਪਾਂ ਮਤਲਬ ਸੋਚਦੇ ਹੀ ਨਹੀਂ ਕਿ ਕਿਉਂ ਕਰਨਾ। ਸਿਮਿਲਰਲੀ ਜਿਵੇਂ ਆਪਾਂ ਐਪਸ ਇੰਸਟਾਲ ਕੀਤੇ, ਹੁਣ ਜਿਵੇਂ ਵੀਡੀਓ ਐਪ ਦੀ ਗੱਲ ਕਰ ਰਿਹਾ ਸੀਗਾ, ਫੋਰ ਐਗਜ਼ਾਮਪਲ ਕੋਈ ਚੈਟ ਐਪ ਹੈ, ਉਹ ਤੁਹਾਡੇ ਲੋਕੇਸ਼ਨ ਦਾ ਅਸੈਸ ਮੰਗ ਰਹੀ ਹੈ, ਤੁਸੀਂ ਕਿਉਂ ਦੇ ਰਹੇ ਹੋ? ਆਪਾਂ ਬਿਨਾਂ ਦੇਖੇ ਜਲਦੀ ਜਲਦੀ ਯੈਸ 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 ਕਲਿੱਕ ਕਰੀ ਜਾਂਦੇ ਆ। ਉਹਦਾ ਅਲਟੀਰੀਅਰ ਮੋਟਿਵ ਉਹਦੇ ਮਗਰ ਕੀ ਹੈ ਉਹ ਨਹੀਂ ਆਪਾਂ ਨੂੰ ਪਤਾ ਚੱਲਦਾ। ਜਿਹੜੀ ਹੁਣ ਇੱਕ ਸੌਰੀ ਮੈਂ ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਸੀ ਕਿ ਉਹ ਮਤਲਬ ਕੋਈ ਵੀਡੀਓ ਕਾਲ ਕਰ ਲਈ ਜਾਂ ਕੁਛ ਕਰ ਲਈ, ਇਹ ਸਾਡੇ ਵੀ ਧਿਆਨ 'ਚ ਆਇਆ ਸਾਨੂੰ 1-2 ਥਾਂ। ਇੱਕ ਤਾਂ ਇਹਦੇ 'ਚ ਹੁੰਦਾ ਕੀ ਹੈ 90% ਆਫ ਦਾ ਕੇਸਿਸ 'ਚ ਕੰਪਲੇਨੈਂਟ ਸਾਹਮਣੇ ਨਹੀਂ ਆਉਂਦਾ ਉਹ, ਕਿਉਂਕਿ ਹੀ ਇਜ਼ ਆਲਸੋ ਐਟ ਫਾਲਟ ਐਟ ਸਮਥਿੰਗ, ਕੋਈ ਵੀਡੀਓ ਕਾਲ ਹੋ ਜਾਂਦੀ ਹੈ। ਸਾਡੇ ਕੋਲ 2-3 ਕੇਸਿਸ ਹੁਣੇ ਪਿਛਲੇ ਮਹੀਨੇ ਧਿਆਨ 'ਚ ਆਏ ਆ, ਅਸੀਂ ਵੀ ਆਰ ਵਰਕਿੰਗ ਔਨ ਇਟ ਜੀ ਕਿ ਉਹ ਹੈ ਕੀ ਅਸਲ 'ਚ। ਉਹੀ ਗੱਲ ਹੈ, ਮਤਲਬ ਗੱਲ ਮੁੱਕਦੀ ਗੱਲ ਉਹੀ ਹੈ, ਬਾਕੀ ਉਹ ਤਾਂ ਸਿਰਫ ਕਹਾਣੀਆਂ ਬਣਾ ਰਹੇ ਹੈ, ਕ੍ਰਾਈਮ ਕਰਨ ਦਾ ਤਰੀਕਾ ਉਹੀ ਹੈ। ਮਤਲਬ ਮੈਂ ਤੁਹਾਨੂੰ ਇੱਕ ਤਾਂ ਸਿੰਪਲ ਫੋਨ ਕਰਕੇ ਕਹਾਂ ਮੈਨੂੰ ਲਿੰਕ ਭੇਜ ਦਿਓ ਜਾਂ OTP ਦੇ ਦਿਓ ਮੈਨੂੰ, ਇੱਕ ਮੈਂ ਤੁਹਾਨੂੰ ਪਹਿਲਾਂ ਕੋਈ ਕਹਾਣੀ ਬਣਾ ਕੇ ਤੁਹਾਨੂੰ ਆਪਣੇ ਇਮੋਸ਼ਨਲੀ ਝਾਂਸੇ 'ਚ ਲੈ ਕੇ ਮੈਂ ਫੇਰ ਕਰਾਂ। ਇਹਦੇ 'ਚ ਹੁਣ ਸਾਡੇ ਕੋਲ ਹੁਣ ਇੱਕ ਗੱਲ ਹੋਰ ਜੋ ਸਾਨੂੰ ਦਿੱਕਤ ਆਉਂਦੀ ਹੈ ਕ੍ਰਾਈਮ 'ਚ, ਹੁਣ ਦੇਖੋ ਜੇ ਤੁਹਾਡੇ ਨਾਲ ਕਿਸੇ ਨੇ ਚੈਟਿੰਗ, ਮੈਂ ਬੜੀ ਲੇਮੈਨ ਗੱਲ 'ਚ ਸਮਝਦਾ, ਹੁਣ ਮੈਨੂੰ ਕਿਸੇ ਨੰਬਰ ਤੋਂ ਮੈਸੇਜ ਆਇਆ, ਕਾਲ ਆਈ, ਮੈਨੂੰ WhatsApp ਨੂੰ ਪੁੱਛਣਾ ਪਊਗਾ ਕਿ ਮੈਨੂੰ ਦੱਸੋ ਇਹ ਕਿੱਥੋਂ ਓਰੀਜਿਨੇਟ ਹੋਈ ਜਾਂ ਕੀ ਸੀਗਾ, ਪੈਸੇ ਗਏ ਕਿਹੜੇ ਅਕਾਊਂਟ 'ਚ ਗਏ, ਕਿਵੇਂ ਗਏ, ਮੈਨੂੰ ਉਹ ਦੇਣਾ ਪਊਗਾ। ਇਹ ਹੁਣ ਕੋਈ ਐਪ ਇੰਸਟਾਲ ਕਰਾਈ ਕੀ ਦੇਣਾ ਪਊਗਾ। ਹੁਣ ਵੱਧ ਕੇਸਿਸ 'ਚ ਕੀ ਹੁੰਦਾ, ਲੋਕਾਂ ਨਾਲ ਫਰਾਡ ਹੁੰਦਾ, ਲੋਕ ਹਫੜਾ ਦਫੜੀ 'ਚ ਸਾਰਾ ਕੁਝ ਡਿਲੀਟ ਕਰ ਦਿੰਦੇ ਆ। ਠੀਕ ਵੀ ਹੈ, ਉਹਨਾਂ ਨੂੰ ਲੱਗਦਾ ਪਤਾ ਨਹੀਂ ਮੇਰਾ ਫੋਨ ਹੀ ਹੈਕ ਹੋ ਗਿਆ, ਜੇ 10,000 ਗਿਆ ਮੇਰਾ, ਕਿਤੇ ਸਾਰੇ ਪੈਸੇ ਹੀ ਨਾ ਮੇਰੇ ਚਲੇ ਜਾਣ। ਉਹ ਸਾਨੂੰ ਇਨਵੈਸਟੀਗੇਸ਼ਨ 'ਚ ਕੀ ਪ੍ਰੋਬਲਮ ਆਉਂਦੀ ਹੈ, ਉਹ ਮਤਲਬ ਬੰਦਾ ਆ ਜਾਂਦਾ, ਉਹ ਕਹਾਣੀ ਤਾਂ ਸੁਣਾ ਦਿੰਦਾ, ਬਟ ਸਾਨੂੰ ਉਹਦੇ ਫੋਨ 'ਚ ਕੁਛ ਮਿਲਦਾ ਹੀ ਨਹੀਂ ਦੇਖਣ ਨੂੰ। ਅਸੀਂ ਕਹਿੰਦੇ ਸਾਨੂੰ ਬੇਸਿਕ ਇਨਫੋਰਮੇਸ਼ਨ ਤਾਂ ਦੇ ਕਿ ਕਿਹੜਾ ਨੰਬਰ ਸੀਗਾ, ਕੀ ਸੀਗਾ। ਉਹ ਕਹਿੰਦਾ ਮੈਨੂੰ ਨਹੀਂ ਪਤਾ ਜੀ, ਮੈਨੂੰ ਕੁਛ ਨਹੀਂ ਪਤਾ, ਮੈਨੂੰ ਯਾਦ ਨਹੀਂ। ਸੋ ਫਿਰ ਉਹ ਗੱਲਾਂ 'ਚ ਜਿਵੇਂ ਮੈਂ ਗੱਲ ਕਰਿਆ ਟਾਈਮ ਇਜ਼ ਦਾ ਸੈਂਸ, ਉਹ ਸਾਡਾ ਜਿਹੜਾ ਇਨੀਸ਼ੀਅਲ ਵੈਲਿਊਏਬਲ ਸੈਂਸ਼ੀਅਲ ਟਾਈਮ ਹੈ ਸਾਡਾ, ਉਹ ਵੇਸਟ ਹੋ ਜਾਂਦਾ ਉਹ ਗੱਲਾਂ 'ਚ। ਹੁਣ ਮਤਲਬ ਹੁਣ ਮੈਂ ਸੋਸ਼ਲ ਮੀਡੀਆ ਦੀ ਕਰਦਾ ਗੱਲ ਲੱਗੇ, ਜਿਵੇਂ ਸਾਈਬਰ ਕ੍ਰਾਈਮ ਉੱਥੋਂ ਕੋਈ ਲੋਕ ਸਾਡੇ ਕੋਲ ਆਉਂਦੇ ਨੇ ਜੀ, ਉਹ ਇੱਕ ਬੰਦਾ ਤਾਂ ਜੀ ਮੇਰਾ ਪਿੱਛਾ ਕਰ ਰਿਹਾ ਸੀ ਜੀ, ਉਹਨੂੰ ਪਤਾ ਸੀ ਜੀ ਮੇਰੇ ਕੋਲ ਆਹ ਗੱਡੀ ਹੈ ਜੀ, ਇਹ ਹੈ, ਮੈਂ ਤਾਂ ਹੁਰ ਗਿਆ। ਅਸੀਂ ਉਹਨੂੰ ਕਹਿੰਦੇ ਤੂੰ ਆਪਣਾ ਫੇਸਬੁੱਕ ਖੋਲ। ਆਪਾਂ ਆਪ ਹੀ ਆਪਣਾ ਸਭ ਕੁਝ ਸ਼ੇਅਰ ਕਰੀ ਜਾਂਦੇ ਹਾਂ, ਆਪਾਂ ਆਪ ਹੀ ਮਤਲਬ ਠੀਕ ਹੈ ਸ਼ੇਅਰ ਕਰੋ, ਬਟ ਉਹਦੇ 'ਚ ਕੋਈ ਫਿਲਟਰ ਲਾਓ। ਇਟ ਮਸਟ ਬੀ ਜਸਟ ਬੀ ਸ਼ੇਅਰਡ ਵਿਦ ਯੋਰ ਫਰੈਂਡਸ ਜਾਂ ਇਟ ਮਸਟ ਬੀ ਸ਼ੇਅਰਡ ਵਿਦ ਤੁਹਾਡੇ ਕੋਈ ਵੈਰੀਫਾਈਡ ਅਕਾਊਂਟਸ। ਆਪਾਂ ਆਪ ਹੀ ਤਾਂ ਆਪਣੀ ਸਾਰੀ ਇਨਫੋਰਮੇਸ਼ਨ ਦੇਈ ਜਾਂਦੇ ਆ ਪਬਲਿਕਲੀ। ਫਸਟ ਡੇ ਐਟ ਸਕੂਲ ਆਫ ਮਾਈ ਚਾਈਲਡ, ਮੇਰੇ ਉਹ ਫਿਰ ਬੰਦੇ ਕਹਿੰਦੇ ਜੀ ਇਹਨੂੰ ਮੇਰੇ ਬੱਚੇ ਦਾ ਵੀ ਪਤਾ ਸੀ, ਹੀ ਇਜ਼ ਕਾਲਿੰਗ ਮੀ ਕਿ ਤੇਰੇ ਬੱਚੇ ਨੇ ਉਦਣ ਲਾਲ ਰੰਗ ਦੀ ਟੀ-ਸ਼ਰਟ ਪਾਈ ਸੀ, ਉਹ ਆਹ ਸਕੂਲ 'ਚ ਸੀਗਾ। ਸੋ ਮਤਲਬ ਇਟ ਇਜ਼ ਨਾਟ ਦੈਟ ਖਾਓ ਆਉਣਾ ਚਾਹੀਦਾ, ਬਟ ਇਹ ਹੁਣ ਮਤਲਬ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ।
ਮਤਲਬ ਆਪਾਂ ਆਪ ਹੀ ਆਪਣੀ ਠੀਕ ਹੈ ਸੋਸ਼ਲ ਮੀਡੀਆ ਅਸੈਸ ਕਰੋ ਬਟ ਉਹਨੂੰ ਵਾਈ ਟੂ ਕੀਪ ਇਟ ਓਪਨ ਫॉर ਆਲ ਯੋਰ ਫੋਟੋਜ਼ ਵਿਲ ਬੀ ਮਿਸਯੂਜ਼ ਚਲੋ ਹੁਣ ਕਈਆਂ ਨੇ ਤਾਂ ਸੋਸ਼ਲ ਮੀਡੀਆ ਨੇ ਇੱਕ ਪਾਤਾ ਹੈ ਉਹ ਕੁਝ ਜੋ ਫੋਟੋ ਗੈਟਸ ਲੌਗਡ ਹਾਂ ਪ੍ਰਾਈਵੇਸੀ ਹੋ ਗਈ ਜਾਂ ਕੁਝ ਪ੍ਰਾਈਵੇਟ ਕਰ ਲੈਂਦੇ ਆ ਹਾਂਜੀ। ਅਕਾਊਂਟ ਪ੍ਰਾਈਵੇਟ ਕਰ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਅੱਜ ਕੱਲ੍ਹ ਜਿੱਦਾਂ ਹੁਣ ਆਪਾਂ ਟੈਕਨੋਲੋਜੀ ਉੱਤੇ ਬਹੁਤ ਜ਼ਿਆਦਾ ਡਿਪੈਂਡ ਆ ਤੁਸੀਂ ਲੋਕੇਸ਼ਨ ਦੀ ਗੱਲ ਕੀਤੀ ਅਸੀਂ ਵੀ ਇੱਦਾਂ ਹੀ ਕਰਦੇ ਹਾਂ ਕਿ ਹਾਂ ਲੋਕੇਸ਼ਨ ਸੈਂਡ ਕਰ ਦਿਓ ਕਿ ਅਸੀਂ ਇੱਥੇ ਪਹੁੰਚਣਾ ਉੱਥੇ ਪਹੁੰਚਣਾ ਠੀਕ ਹੈ ਪਰ ਆਪਾਂ ਟੈਕਨੋਲੋਜੀ 'ਤੇ ਇੰਨਾ ਜ਼ਿਆਦਾ ਡਿਪੈਂਡ ਹੋ ਗਏ ਤੁਸੀਂ ਜਿਸ ਦਾ ਜ਼ਿਕਰ ਕਰ ਰਹੇ ਹੋ ਕਿ ਅਸੀਂ ਆਪਣੀ ਹਰੇਕ ਛੋਟੀ ਛੋਟੀ ਈਵੈਂਟ ਦੀ ਜਿਹੜੀ ਆ ਉੱਥੇ ਫੋਟੋ ਅਪਲੋਡ ਕਰ ਦਿੰਦੇ ਆ ਮੰਨ ਲਓ ਜੇ ਮੈਂ ਘਰੇ ਕੋਈ ਲੇਡੀ ਵੀ ਹੈਗੀ ਜੇ ਉਹ ਰੋਟੀ ਬਣਾ ਰਹੀ ਹੈ ਆਪਣੀ ਰੋਟੀ ਬਣਾਉਣ ਦੀ ਵੀਡੀਓ ਅਪਲੋਡ ਕਰ ਦੇਗੀ ਕੱਲ੍ਹ ਨੂੰ ਕੋਈ ਦੇਖ ਲੇਗਾ ਬਲੈਕਮੇਲ ਕਰਿਆ ਹੋਵੇਗਾ ਤੂੰ ਇਸ ਦਿਨ ਇਹ ਬਣਾਇਆ ਸੀਗਾ ਇੱਦਾਂ ਬਣਾਇਆ ਸੀਗਾ ਇਸ ਗੱਲ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਆਪਣੀ ਥੋੜੀ ਪ੍ਰਾਈਵੇਸੀ ਰੱਖਣੀ ਚਾਹੀਦੀ ਹੈ ਇੰਨਾ ਵੀ ਜ਼ਿਆਦਾ ਓਪਨ ਨਹੀਂ ਹੋਣਾ ਚਾਹੀਦਾ ਸੋਸ਼ਲ ਮੀਡੀਆ ਤੇ ਗੁਰਪ੍ਰੀਤ ਮੈਂ 1 ਮਿੰਟ ਲੈਣਾ ਚਾਹੂੰਗੀ ਸੌਰੀ ਟੂ ਡਿਸਟਰਬ ਸਾਡੇ ਵਿੱਚ ਮੋਹਾਲੀ ਦੇ ਏਡੀਸੀ ਪੂਜਾ ਗਰੇਵਾਲ ਮੈਮ ਮੌਜੂਦ ਨੇ ਮੈਮ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਪਲੀਜ਼ ਤੁਸੀਂ ਪੈਨਲ ਨੂੰ ਜੁਆਇਨ ਕਰੋ ਕਿਉਂਕਿ ਐਡਮਿਨਿਸਟ੍ਰੇਟਿਵ ਐਂਡ ਲਾਅ ਐਂਡ ਆਰਡਰ ਦਾ ਪੈਨਲ ਜਿਹੜਾ ਕਿ ਉਹ ਚੱਲ ਰਿਹਾ ਹੈ ਐਡਮਿਨਿਸਟ੍ਰੇਸ਼ਨ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਤੁਸੀਂ ਵੀ ਇਸ ਪੈਨਲ ਨੂੰ ਜੁਆਇਨ ਕਰਕੇ ਜ਼ਰੂਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਨਾਲ ਇਸ ਮੰਚ ਤੇ ਸਾਂਝਾ ਕਰੋ ਵੈਲਕਮ ਮੈਮ ਜੀ ਆਓ ਸੁਖਨਾਥ ਜੀ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਫਿਰ ਆਪਾਂ ਮੈਮ ਤੋਂ ਬਸ ਮੈਂ ਉਹ ਗੱਲ ਤੋਂ ਮੈਂ ਜਿਵੇਂ ਗੱਲ ਇਹੀ ਕਰ ਰਿਹਾ ਸੀ ਕਿ ਆਪਾਂ ਜਦੋਂ ਇੰਨੀ ਇਨਫੋਰਮੇਸ਼ਨ ਆਪਣੀ ਸ਼ੇਅਰ ਕਰ ਦਿੰਦੇ ਆ ਨਾ ਉਹਨੂੰ ਆਪਣੀ ਪਰਸਨੈਲਿਟੀ ਬਾਰੇ ਪਤਾ ਚੱਲ ਜਾਂਦਾ ਉਹ ਉਸ ਨਾਲ ਤੁਹਾਡੀ ਇਮੋਸ਼ਨਸ ਨਾਲ ਖੇਡ ਸਕਦਾ ਜਿਵੇਂ ਆਪਾਂ ਪੁਆਇੰਟ ਉਹੀ ਹੈ ਨਾ ਕਿ ਉਹਨੇ ਤੁਹਾਨੂੰ ਆਪਣੀਆਂ ਗੱਲਾਂ 'ਚ ਕਿਵੇਂ ਲੈਣਾ ਜੀ ਉਹਨੇ ਸਾਰਾ ਕੁਝ ਉੱਥੋਂ ਦੇਖ ਲੈਣਾ ਉਹਦੇ ਲਾ ਕੇ ਕਿ ਤੁਹਾਡੀ ਕੀ ਸਟੈਂਡਰਡਸ ਹੈ ਕੀ ਨੇ ਫਿਰ ਤੁਹਾਨੂੰ ਕੋਈ ਫੇਕ ਕਾਲ ਕਰਨੀ ਹੈ ਫਿਰ ਤੁਸੀਂ ਉਹਦੀਆਂ ਗੱਲਾਂ 'ਚ ਆ ਜਾਣਾ ਠੀਕ ਹੈ ਇੱਕ ਗੱਲ ਹੁਣ ਮੈਂ ਜਿਵੇਂ ਅਸੀਂ ਵੀ ਇੱਕ ਜੋ ਮੋਹਾਲੀ ਪੁਲਿਸ ਦਾ ਇਨੀਸ਼ੀਏਟਿਵ ਹੈ ਅਸੀਂ ਇੱਕ ਹੁਣ ਬਕਾਇਦਾ ਇੱਕ ਸੋਸ਼ਲ ਮੀਡੀਆ ਸੈੱਲ ਸੈਟਅਪ ਕੀਤਾ ਹੋਇਆ ਐਕਸਕਲੂਸਿਵ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਕੇਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਸ ਟਾਈਮ ਸਾਨੂੰ ਕੀ ਫੇਸ ਕਰਨਾ ਪਿਆ ਸੀਗਾ ਯੂਨੀਵਰਸਿਟੀ ਨੂੰ ਵੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਸੀਂ ਉਸ 'ਤੇ ਕੰਟੀਨਿਊਸ ਮੋਨੀਟਰਿੰਗ ਕਰ ਰਹੇ ਹਾਂ ਰਿਊਮਰ ਮੌਂਗਰਸ ਨੂੰ ਅਸੀਂ ਮਤਲਬ ਠੱਲ ਪਾਉਣ ਲਈ ਉਹਨਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ ਕੋਈ ਹੁਣ ਕਈ ਤੁਸੀਂ ਕੇਸਿਸ ਦੇਖੇ ਹੋਣੇ ਕਿਸੇ ਨੇ ਹਵਾ 'ਚ ਫਾਇਰ ਕਰਤਾ ਉਹ ਅਸੀਂ ਇੱਕ ਪ੍ਰੋਐਕਟਿਵ ਮੈਜਰਸ ਲੈ ਕੇ ਉਹਨਾਂ 'ਤੇ ਐਕਸ਼ਨ ਲੈ ਰਹੇ ਹਾਂ ਕੋਈ ਗਲਤ ਟ੍ਰੈਂਡ ਚੱਲ ਰਿਹਾ ਅਸੀਂ ਉਹਨੂੰ ਪਹਿਲਾਂ ਇੰਟੈਲੀਜੈਂਸ ਗੈਦਰਿੰਗ ਇਕੱਠੀ ਕਰਕੇ ਉਹਨਾਂ 'ਤੇ ਐਕਸ਼ਨ ਲੈਣ ਦੀ ਕਰ ਰਹੇ ਹਾਂ ਜੀ ਠੀਕ ਹੈ ਇਹ ਤਾਂ ਕਾਨੂੰਨ ਦੀ ਗੱਲ ਹੋ ਗਈ ਮੈਡਮ ਸਾਡੇ ਨਾਲ ਜੁੜੇ ਨੇ ਹੁਣ ਥੋੜੀ ਵਿਵਸਥਾ ਦੀ ਗੱਲ ਵੀ ਕਰ ਲਈਏ ਪ੍ਰਸ਼ਾਸਨ ਦੀ ਗੱਲ ਵੀ ਕਰ ਲਈਏ ਮੈਡਮ ਕੀ ਕੁਝ ਇਨੀਸ਼ੀਏਟਿਵਸ ਜੋ ਨੇ ਹੁਣ ਪ੍ਰਸ਼ਾਸਨ ਦੇ ਵੱਲੋਂ ਚੁੱਕੇ ਜਾ ਰਹੇ ਨੇ ਜੇ ਆਪਾਂ ਮੋਹਾਲੀ ਦੀ ਗੱਲ ਕਰ ਰਹੇ ਹਾਂ ਬੇਸਿਕਲੀ ਮੋਹਾਲੀ ਦੀ ਡਿਵੈਲਪਮੈਂਟ ਨੂੰ ਲੈ ਕੇ ਕੀ ਕੁਝ ਨਵੀਆਂ ਯੋਜਨਾਵਾਂ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਆਪਾਂ ਇੰਪਲੀਮੈਂਟ ਕਰ ਰਹੇ ਹਾਂ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ Good afternoon ji ਪਹਿਲਾਂ ਤੇ and it is always a pleasure coming to this place because you get to interact with the future of our country so firstly thank you for also calling the administration here ਤੇ ਜਿੱਥੇ ਤੱਕ ਜੀ ਨਵੀਆਂ ਅਸੀਂ ਕੀ ਸ਼ੁਰੂ ਕਰ ਰਹੇ ਹਾਂ myself ਪੂਜਾ ਗਰੇਵਾਲ I am a PCS officer ਮੈਂ ਪਹਿਲਾਂ ਇੱਥੇ ADC ਅਰਬਨ ਡਿਵੈਲਪਮੈਂਟ ਵੀ ਰਹੀ ਹਾਂ ਤੇ ਅੱਜਕੱਲ ਮੈਂ ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਹਾਂ from the administration side first of all let me make it very clear ਕਿ ਚਾਹੇ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਤੇ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਤੇ ਬਾਕੀ ਦੇ ਵੀ ਡਿਪਾਰਟਮੈਂਟਸ ਨੇ we all work in a very cohesive manner ਕੋਆਰਡੀਨੇਸ਼ਨ ਨਾਲ ਐਜ਼ ਅ ਫੈਮਿਲੀ ਪੂਰਾ ਜਿਹੜਾ ਹੈਗਾ ਮੋਹਾਲੀ ਦੀ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਹੈ ਐਂਡ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਵੀ ਕਾਫੀ ਵਿਜ਼ੀਬਲ ਹੁੰਦੇ ਨੇ ਜਦੋਂ ਸਾਰੇ ਰਲ ਮਿਲ ਕੇ ਆਪਸ 'ਚ ਕੋਆਰਡੀਨੇਟਡ ਐਫਰਟ ਦੇ ਵਿੱਚ ਵੀ ਆਲ ਗਿਵ ਦੀ ਸਰਵਿਸਿਜ਼ ਟੂ ਪੀਪਲ ਦ ਰਿਜ਼ਲਟਸ ਆਰ ਵੈਰੀ ਟੈਂਜੀਬਲ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਪਹਿਲਾਂ ਆਈ ਵਿਲ ਟਾਕ ਅਬਾਊਟ ਜਿਵੇਂ previously I was ADC urban development so I was looking after the municipal committees ਸਭ ਤੋਂ ਜ਼ਿਆਦਾ ਜਿਹੜੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋ ਰਹੀ ਹੈ ਜਿੱਥੇ ਰੀਅਲ ਐਸਟੇਟ 'ਚ ਆਪਾਂ ਦੇਖੀਏ ਤਾਂ ਇਟ ਇਜ਼ ਇਨ ਐਂਡ ਅਰਾਊਂਡ ਮੋਹਾਲੀ ਵੈਦਰ ਇਟ ਇਜ਼ ਗਮਾਡਾ ਸਾਡੇ ਗਮਾਡਾ ਦੇ ਵੀ ਇੱਥੇ ਬੈਠੇ ਨੇ ਟਾਊਨ ਪਲੈਨਿੰਗ ਡਿਪਾਰਟਮੈਂਟ ਤੋਂ ਤੇ ਵੈਦਰ ਬਾਕੀ ਜਿਹੜੀਆਂ ਪੈਰੀਫਰੀ ਦੇ ਵਿੱਚ ਜ਼ੀਰਕਪੁਰ ਹੈ ਖਰੜ ਹੈ ਇਨਫੈਕਟ ਆ ਕੜੂਆ ਵੀ ਇਟ ਇਜ਼ ਆਲਸੋ ਅ ਪਾਰਟ ਆਫ ਮੋਹਾਲੀ ਤੇ ਮਿਊਨਿਸਪਲ ਕਮੇਟੀ ਹੈਗੀ ਹੈ ਕੜੂਆ to make it more people friendly and to make it more easier for people ਜਿਵੇਂ ਹੁਣ suppose no objection certificates ਹੀ ਨੇ if you have to buy a land if you have to sell a land in the urban areas it is you just apply the NOC online ਅੱਗੇ ਹੁੰਦਾ ਸੀ ਜੀ manual ਸੀ this is in this government so it has been done at the a very higher scale
ਵੀ ਅਸੀਂ ਜਿਹੜੀਆਂ ਐਨਓਸੀਜ਼ ਨੇ, ਸਭ ਤੋਂ ਜ਼ਿਆਦਾ ਕੰਮ ਇੱਥੇ ਰੀਅਲ ਏਸਟੇਟ ਦਾ ਹੈ ਜਿਵੇਂ ਮੋਹਾਲੀ ਦੇ ਵਿੱਚ, ਤੇ ਆਨਲਾਈਨ ਹੀ ਐਨਓਸੀਜ਼ ਅਪਲਾਈ ਹੁੰਦੀਆਂ ਨੇ। ਯੂ ਡੋਂਟ ਹੈਵ ਟੂ ਗੋ ਟੂ ਐਨੀ ਆਫਿਸਿਸ। ਐਨਓਸੀ ਤੁਹਾਨੂੰ ਜਿਹੜੀ ਹੈਗੀ ਹੈ, ਇਫ ਆਲ ਯੋਰ ਡਾਕੂਮੈਂਟਸ ਆਰ ਕੰਪਲੀਟ, ਯੂ ਗੈਟ ਇਟ ਆਨਲਾਈਨ ਓਨਲੀ। ਇੱਕ ਤੇ ਇਹਦੇ ਨਾਲ ਇੱਕ ਸਿੰਗਲ ਵਿੰਡੋ ਕਲੀਅਰੈਂਸ ਵਾਲਾ ਸਿਸਟਮ ਹੈ। if it is done in a right manner, there are hiccups once in a while, but ਇੱਕ ਤੇ ਇਹ ਬਹੁਤ ਵੱਡਾ ਜਿਹੜਾ ਇਨੀਸ਼ੀਏਟਿਵ ਹੈ ਜੀ। ਜਿਹੜੇ ਨੋ ਆਬਜੈਕਸ਼ਨ ਸਰਟੀਫਿਕੇਟਸ ਆਨਲਾਈਨ ਹੋਣ ਦਾ। ਬਾਕੀ ਤੇ ਤੁਹਾਨੂੰ ਪਤਾ ਹੀ ਹੈ, ਆਲਮੋਸਟ ਆਲ ਸਰਵਿਸਿਜ਼ ਆਰ ਆਨਲਾਈਨ ਥੀਸ ਡੇਜ਼। ਅੱਜ ਕੱਲ੍ਹ ਆਈ ਐਮ ਲੁਕਿੰਗ ਆਫਟਰ ਦੀ ਟਰਾਂਸਪੋਰਟ ਡਿਪਾਰਟਮੈਂਟ, ਤੇ ਲਾਇਸੈਂਸ ਰੀਨਿਊਅਲਸ ਨੇ ਉਹ ਵੀ ਫੇਸਲੈਸ ਨੇ। ਯੂ ਜਸਟ ਅਪਲਾਈ ਫਰੋਮ ਹੋਮ, ਤੁਸੀਂ ਫੀਸ ਭਰੋ, ਐਟ ਦ ਕਲਿਕ ਆਫ ਅ ਬਟਨ ਇਟ ਇਜ਼ ਡਨ। ਵਨਸ ਅਗੇਨ ਐਜ਼ ਆਈ ਸੇ ਕਿ ਜਿੱਥੇ ਜਿਹੜੀ ਟੈਕਨੋਲੋਜੀ ਦੇ ਨਾਲ ਜਾਂ ਨਵੇਂ ਇਨੀਸ਼ੀਏਟਿਵਸ ਦੇ ਨਾਲ ਜਿੱਥੇ ਲਾਈਫ ਥੋੜੀ ਈਜ਼ੀਅਰ ਹੈ, ਤੇ ਦੇਰ ਆਰ ਹਿਕਅਪਸ। ਕਈ ਵਾਰੀ ਜਿਵੇਂ ਪ੍ਰਿੰਟਿੰਗ ਲੇਟ ਹੋ ਗਈ ਜਾਂ ਥੋੜਾ, ਬਿਕੋਜ਼ ਹੁਣ ਇੱਕ ਹੋਰ ਟਰਾਂਸਪੇਰੈਂਸੀ ਵਾਸਤੇ ਅੱਗੇ ਆਪਾਂ ਦੇਖਦੇ ਸੀ ਕਈ ਵਾਰੀ ਕੇਸਿਸ ਆਪਾਂ ਦੇਖੇ ਨੇ ਵੀ ਆਰਸੀਜ਼ ਬਲਕ ਦੇ ਵਿੱਚ ਲੋਕ ਲੈ ਕੇ ਜਾਂਦੇ ਸੀ ਜਿਹੜਾ, ਬਟ ਹੁਣ ਕੀ ਹੈਗਾ ਕਿ ਆਰਸੀ ਜਿਹੜੀ ਹੈਗੀ ਹੈ ਰਜਿਸਟ੍ਰੇਸ਼ਨ ਹੋਈ, ਉਹ ਤੁਹਾਡੀ ਈਵਨ ਲਾਇਸੈਂਸਿਸ ਉਹ ਤੁਹਾਡੇ ਪ੍ਰਿੰਟ ਹੁੰਦੇ ਨੇ ਤੇ ਡਿਸਪੈਚ ਹੁੰਦੇ ਨੇ, ਬਾਏ ਪੋਸਟ ਹੀ ਆਉਂਦੇ ਨੇ। Similarly, with the help of the police department, traffic department, we are also trying to synchronize the lights, the ਜਿਹੜੀਆਂ traffic lights ਨੇ, according to the congestion of the traffic there. So there are, in fact, Mohali being at the edge of Chandigarh, ਮੈਕਸਿਮਮ ਜਿਹੜੇ ਪਾਇਲਟ ਪ੍ਰੋਜੈਕਟਸ ਨੇ, ਵੈਦਰ ਇਹ ਅਰਬਨ ਡਿਵੈਲਪਮੈਂਟ ਹੋਵੇ, ਰੂਰਲ ਡਿਵੈਲਪਮੈਂਟ ਹੋਵੇ, ਪੁਲਿਸ ਇਨੀਸ਼ੀਏਟਿਵਸ ਹੋਣ, ਟਰਾਂਸਪੋਰਟ ਇਨੀਸ਼ੀਏਟਿਵਸ ਹੋਣ। ਹੁਣ ਇੱਕ ਸਾਡੇ ਟਰਾਂਸਪੋਰਟ 'ਚ ਵੀ ਇੱਕ ਹੋਰ ਨਵਾਂ ਇਨੀਸ਼ੀਏਟਿਵ ਹੈਗਾ ਕਿ ਜਿਹੜੀ ਪਾਸਿੰਗ ਵੀ ਹੈਗੀ ਹੈ ਵਹੀਕਲਸ ਦੀ, ਉਹ ਵੀ ਆਲ ਦੀ ਮੋਟਰ ਵਹੀਕਲ ਇੰਸਪੈਕਟਰਸ ਆਰ ਬੀਇੰਗ ਗਿਵਨ ਦੀ ਟੈਬਸ। ਉਹ ਦੇ ਵਿਲ ਹੈਵ ਟੂ ਕਲਿੱਕ ਦੀ ਪਿਕਚਰਸ ਐਂਡ ਅਪਲੋਡ ਇਟ ਟੂ ਮੇਕ ਇਟ ਈਵਨ ਮੋਰ ਟਰਾਂਸਪੇਰੈਂਟ। ਕਿਤੇ ਨਾ ਕਿਤੇ ਗਵਰਨਮੈਂਟ ਵੱਲੋਂ, ਐਡਮਿਨਿਸਟ੍ਰੇਸ਼ਨਸ ਵੱਲੋਂ a lot of effort is being made to make the entire this whole gamut of services more people friendly। ਜੀ ਮੈਮ, ਆਨਲਾਈਨ ਦੀ ਗੱਲ ਕੀਤੀ, ਉਹੀ ਮੈਂ ਸਰ ਨਾਲ ਵੀ ਪਹਿਲਾਂ ਇਹੀ ਗੱਲ ਕਰ ਰਹੀ ਸੀ। ਆਨਲਾਈਨ ਜਿਸ ਤਰ੍ਹਾਂ ਹੁੰਦਾ ਹੈ, ਤੁਸੀਂ ਐਨਓਸੀ ਦਾ ਜ਼ਿਕਰ ਕਰ ਰਹੇ ਸੀਗੇ, ਉਸ ਦੇ ਵਿੱਚ ਵੀ ਜੇ ਗੱਲ ਕੀਤੀ ਜਾਵੇ, ਮੈਂ ਜਾਣਨਾ ਚਾਹਾਂਗਾ ਕਿ ਉਸ ਦੇ ਵਿੱਚ ਵੀ ਕੋਈ ਠੱਗੀ ਦਾ ਕੋਈ ਖਦਸ਼ਾ ਜਿਹਾ ਰਹਿੰਦਾ ਹੈ ਕਿ ਕੋਈ ਆਨਲਾਈਨ ਅਪਲਾਈ ਕਰ ਰਿਹਾ ਹੈ, ਜਾਂ ਕਈ ਵਾਰੀ ਵੈਬਸਾਈਟਸ ਹੈਕ ਹੋ ਜਾਂਦੀਆਂ ਨੇ, ਗਵਰਨਮੈਂਟ ਵੈਬਸਾਈਟਸ ਵੀ ਤੁਸੀਂ ਦੇਖਿਆ ਹੋਣਾ ਕਈ ਵਾਰੀ ਹੈਕ ਹੋਈਆਂ, ਉਸ ਦੇ ਵਿੱਚ ਵੀ ਕੋਈ ਰਹਿੰਦਾ ਹੈ ਕਿ ਸਾਈਬਰ ਫਰਾਡ ਉਸ ਦੇ ਵਿੱਚ ਹੋ ਸਕਦਾ ਹੈ, ਜਾਂ ਕੋਈ ਉਸਨੂੰ ਕੋਈ ਬੰਦੇ ਨੂੰ ਇਸ ਤਰ੍ਹਾਂ ਠੱਗ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਨਾ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ, ਜਿਹੜੇ ਪ੍ਰਾਪਰਟੀ ਕੰਸਲਟੈਂਟਸ ਹੋ ਗਏ ਜਾਂ ਲਿੰਕਰਸ ਹੋ ਗਏ, ਉਹਨਾਂ ਨੂੰ ਵੀ ਹੋ ਸਕਦਾ ਕਈ ਵਾਰੀ ਲਿੰਕ ਆਉਂਦੇ ਹੋਣ ਕਿ ਤੁਹਾਨੂੰ ਐਨਓਸੀ ਲੈਣੀ ਹੈ, ਤੁਸੀਂ ਕਿਸੇ ਇਸ ਲਿੰਕ ਦੇ ਉੱਤੇ ਕਲਿੱਕ ਕਰ ਦਿਓ, ਜਾਂ ਕਿ ਗਵਰਨਮੈਂਟ ਦੇ ਵੱਲੋਂ ਹੀ, ਗਵਰਨਮੈਂਟ ਆਫਿਸ ਦੇ ਵੱਲੋਂ ਦੀ ਕੋਈ ਪ੍ਰੋਪਰ ਵੈਬਸਾਈਟ ਤੋਂ ਉਹਨਾਂ ਨੂੰ ਲਿੰਕ ਭੇਜਿਆ ਜਾਂਦਾ ਜਾਂ ਕੁਝ ਕੀਤਾ ਜਾਂਦਾ ਐਨਓਸੀ ਵਾਸਤੇ। ਹਾਂਜੀ, ਇਹ ਜਿਹੜਾ ਹੈਗਾ ਇਹ ਐਪ ਹੈਗੀ ਹੈ ਜਿਹੜੀ ਲੋਕਲ ਗਵਰਨਮੈਂਟ ਦੀ ਆਪਣੀ ਹੈਗੀ ਹੈ ਤੇ ਗਮਾਡਾ ਦੀ ਜੀ। ਆਪਣੀ ਹੈਗੀ ਹੈ। See, the effort and the initiative is to make it very transparent. But as you have rightly pointed out, कि there is always a scope. ਜੀ। ਕਿ ਕਿਤੇ ਨਾ ਕਿਤੇ, but ਜਿਵੇਂ ਜਿਵੇਂ ਕੋਈ ਵੀ ਚੀਜ਼ ਜਦੋਂ ਇਨੀਸ਼ੀਏਟ ਹੁੰਦੀ ਹੈ ਤੇ ਜਦੋਂ ਉਹਨੂੰ ਪ੍ਰੈਕਟੀਕਲੀ ਯੂਜ਼ ਕੀਤਾ ਜਾਂਦਾ ਹੈ, ਉਹਦੇ ਵਿੱਚ ਕੀ ਲੂਪ ਹੋਲਸ ਨੇ ਜਾਂ ਉਹਨੂੰ ਕਿਵੇਂ ਮਿਸਯੂਜ਼ ਕੀਤਾ ਜਾ ਸਕਦਾ ਹੈ, ਉਹ ਵਿਦ ਓਵਰ ਅ ਪੀਰੀਅਡ ਆਫ ਟਾਈਮ ਪ੍ਰੈਕਟੀਕਲੀ ਹੀ ਆਪਾਂ ਨੂੰ ਕੰਮ ਕਰੇ ਪਤਾ ਲੱਗਦਾ ਹੈ। ਜਿਵੇਂ ਰੀਸੈਂਟਲੀ ਦੇਰ ਵਾਜ਼ ਅ ਕੇਸ, ਆਈ ਵਾਜ਼ ਆਲਸੋ ਹੈਡਿੰਗ ਪਟਿਆਲਾ ਏਡੀਸੀ ਅਰਬਨ ਡਿਵੈਲਪਮੈਂਟ ਦਾ ਚਾਰਜ ਵੀ ਸੀ, ਤੇ ਸਿਗਨੇਚਰਸ ਫੋਰਜ ਕਰਕੇ ਡਾਕੂਮੈਂਟਸ ਅਪਲੋਡ ਹੋ ਗਏ ਜੀ ਜੀ। ਸੋ ਉਹਦੇ ਵਾਸਤੇ ਨਾਓ ਅਗੇਨ ਇਟ ਇਜ਼ ਬੀਇੰਗ, ਹੁਣ ਇਹ ਹੋ ਗਿਆ ਵੀ ਜਿਹੜੇ ਸਿਗਨੇਚਰਸ ਨੇ ਡਿਜੀਟਲੀ ਅਪਲੋਡ ਹੋਣਗੇ, ਉਹੀ ਯੂਜ਼ ਹੋਣਗੇ ਤਾਂ ਕਿ ਕੋਈ ਕਿਸੇ ਈਓ ਦੇ ਜਾਂ ਕਿਸੇ ਦੇ ਸਿਗਨੇਚਰਸ ਨੂੰ ਫੋਰਜ ਨਾ ਕਰ ਸਕੇ। ਸੋ ਪ੍ਰੈਕਟੀਕਲੀ ਸੀ ਕੰਪਿਊਟਰ ਹੈ, ਤੋ there can be loopholes, but once they come into the limelight or they are noticed, ਤੇ ਉਹਨਾਂ ਨੂੰ ਜਿਹੜਾ ਹੈਗਾ ਕਿ ਪਲੱਗ ਕਰਨਾ ਸੌਖਾ ਹੋ ਜਾਂਦਾ ਹੈ। ਪਰ ਇਹ ਤੇ ਹੈ ਹੀ ਹੈ ਜੀ ਵੀ ਕੋਈ ਵੀ ਸਿਸਟਮ ਹੈ, ਚਾਹੇ ਉਹ ਅਸੀਂ ਮੈਨੂਅਲੀ ਕਰ ਰਹੇ ਹਾਂ ਜਾਂ ਅਸੀਂ ਉਹਨੂੰ ਕੰਪਿਊਟਰਾਈਜ਼ਡ ਕਰ ਰਹੇ ਹਾਂ, there can be loopholes, but once they are brought to the notice, they are immediately plugged. Intentions are very right, the efforts being put in are very right, but ਕਹਿੰਦੇ ਨੇ ਵੀ ਪੰਜਾਬੀ 'ਚ ਵੀ ਜਿੱਥੇ ਕੰਮ ਕਰਨਾ ਹੈ ਅੜਿੱਕੇ ਵੀ ਉੱਥੇ ਪੈਣੇ ਨੇ, ਤੇ ਜੇ ਉਹਨਾਂ ਨੂੰ ਪੋਜ਼ਿਟਿਵਲੀ ਅੜਿੱਕਿਆਂ ਨੂੰ ਦੂਰ ਕਰਕੇ ਕੰਮ ਨੂੰ ਆਪਾਂ ਹੋਰ ਸਮੂਥ ਕਰ ਦਈਏ, ਐਫਰਟਸ ਸਾਰਿਆਂ ਦਾ ਐਡਮਿਨਿਸਟ੍ਰੇਸ਼ਨ ਦਾ ਹੀ ਰਹਿੰਦਾ ਕਿ ਜੀ ਕਿਸੇ ਤਰ੍ਹਾਂ ਦੇ ਫਰਾਡਸ ਨਾ ਹੋ ਸਕਣ। ਇਨਫੈਕਟ ਆਨਲਾਈਨ ਐਨਓਸੀਜ਼ ਦਾ ਰੀਜ਼ਨ ਹੀ ਇਹ ਸੀਗਾ ਕਿ ਸਾਰੇ ਡਾਕੂਮੈਂਟਸ ਅਪਲੋਡ ਹੋਣ, ਸਕੈਨ ਹੋ ਕੇ ਓਰੀਜਨਲ ਡਾਕੂਮੈਂਟਸ ਹੋਣ, ਉਹਨਾਂ ਨੂੰ ਚੈੱਕ ਕੀਤਾ ਜਾਵੇ। ਹਰ ਸਟੈਪ ਦੇ ਉੱਤੇ ਚੈੱਕਸ ਐਂਡ ਬੈਲੈਂਸਿਸ ਹੈਗੇ ਨੇ। ਇਟ ਸਟਾਰਟਸ ਫਰੋਮ ਦ ਜੇਈ ਐਂਡ ਇਟ ਗੋਜ਼ ਅਪ ਟੂ ਦੀ ਏਡੀਸੀ level tak, so that at each and every step the documents are properly checked,
ਇੱਕ ਅਕਾਊਂਟੇਬਿਲਿਟੀ ਬਣਦੀ ਹੈ। ਹਰ ਜਦੋਂ ਸਟੈਪ ਤੋਂ ਉੱਪਰ ਜਾਣਾ ਹੈ ਜੀ, ਐਟਲੀਸਟ ਨੋਬਡੀ ਕੈਨ ਡਿਨਾਈ ਦਾ ਰਿਸਪੌਂਸਿਬਿਲਿਟੀ ਜੀ ਮੇਰਾ ਤੇ ਕੰਮ ਹੀ ਹੈ ਨਹੀਂ। ਈਚ ਐਂਡ ਐਵਰੀ ਆਫੀਸ਼ੀਅਲ ਇਜ਼ ਆਲਸੋ ਰਿਸਪੌਂਸਿਬਲ ਫॉर ਵਾਟ ਐਵਰ ਦੈਟ ਆਫੀਸ਼ੀਅਲ ਇਜ਼ ਸਾਈਨਿੰਗ। ਜੀ, ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਦੇ ਲਈ ਉਹ ਜ਼ਿੰਮੇਵਾਰ ਨੇ। ਸੁਖਨਾਥ ਜੀ, ਅਸੀਂ ਵੀ ਆਪਾਂ ਪਹਿਲਾਂ ਉਹੀ ਗੱਲ ਕਰ ਰਹੇ ਸੀਗੇ, ਆਨਲਾਈਨ ਠੱਗੀਆਂ ਦੀ ਗੱਲ ਵੀ ਕਰ ਰਹੇ ਸੀਗੇ, ਸਾਈਬਰ ਫਰਾਡ ਦੀ। ਸਰ, ਜਿਸ ਤਰ੍ਹਾਂ ਨਾਲ ਤੁਸੀਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਪ੍ਰਾਈਵੇਸੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ। ਕਿਸੇ ਵੀ ਚੀਜ਼ ਦੇ ਉੱਤੇ ਜ਼ਰੂਰੀ ਨਹੀਂ ਕਿ ਅਸੀਂ ਆਪਣਾ ਹਰੇਕ ਚੀਜ਼ ਜੋ ਹੈ ਹਰ ਪਲ ਆਪਾਂ ਕਿਤੇ ਵੀ ਸਪੈਂਡ ਕਰ ਰਹੇ ਹਾਂ, ਕੋਈ ਮੂਮੈਂਟ ਸਪੈਂਡ ਕਰ ਰਹੇ ਹਾਂ ਆਪਣੇ ਫੈਮਿਲੀ ਦੇ ਨਾਲ, ਉਹ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਪਾਈਏ। ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਨੂੰ ਲੈ ਕੇ ਲੋਕਾਂ ਨੂੰ, ਜਾਂ ਜੋ ਵੀ ਬੱਚੇ ਵੀ ਇੱਥੇ ਬੈਠੇ ਨੇ, ਕਿਉਂਕਿ ਸਾਰੇ ਹੀ ਟੈਕਨੋਲੋਜੀ ਯੂਜ਼ ਕਰਦੇ ਨੇ, ਹਰ ਕੋਈ ਜੋ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਐਕਟਿਵ ਰਹਿਣਾ ਚਾਹੁੰਦਾ। ਕਿਹਾ ਜਾਂਦਾ ਕਿ ਜੇ ਸੋਸ਼ਲ ਮੀਡੀਆ ਤੇ ਦਿਖਦਾ ਪਿਆ ਨਾ ਬੰਦਾ ਤੇ ਮਤਲਬ ਸਮਝ ਲਓ ਠੀਕ ਹੈ, ਜਿੰਦਾ ਹੈਗਾ। ਜੇ ਨਹੀਂ ਦਿਖਿਆ 4-5 ਦਿਨ ਰਿਸ਼ਤੇਦਾਰਾਂ ਨੂੰ ਵੀ ਫਿਕਰ ਪੈਂਦੀ ਕਿ ਇਹਨੇ ਫੋਟੋ ਨਹੀਂ ਪਾਈ, ਪਤਾ ਕਰੀਏ, ਫੋਨ ਕਰੀਏ। ਦੇਖੋ, ਆਪਾਂ ਉਹਨੂੰ ਇਹ ਹੁਣ ਵਰਚੁਅਲ ਵਰਲਡ ਦਾ ਅੱਗੇ ਅੱਗੇ ਜ਼ਮਾਨਾ ਹੈ, ਬਟ ਆਪਾਂ ਉਹਨੂੰ ਥੋੜਾ ਉਸ ਤੇ ਆਪਾਂ ਇਹ ਨਹੀਂ ਮੈਂ ਕਹਿੰਦਾ ਬਿਲਕੁਲ ਨਾ ਪਾਈ, ਪਰ ਉਸ ਤੇ ਆਪਾਂ ਥੋੜਾ ਚੈੱਕਸ ਐਂਡ ਬੈਲੈਂਸ ਤਾਂ ਰੱਖ ਹੀ ਸਕਦੇ ਹਾਂ ਨਾ ਜੀ। ਮਤਲਬ ਬੰਦੇ ਨੂੰ ਕਿਸੇ ਨੂੰ ਫਰੈਂਡ ਐਡ ਕਰਨ ਤੋਂ ਪਹਿਲਾਂ ਜਾਂ ਆਪਣੀ ਪ੍ਰੋਫਾਈਲ ਨੂੰ ਥੋੜਾ ਜਿਹਾ ਰਿਸਟ੍ਰਿਕਟਡ ਕਰ ਲਓ। ਤੁਹਾਡੀਆਂ ਫੋਟੋਜ਼ ਵੀ ਮਿਸਯੂਜ਼ ਹੋ ਸਕਦੀਆਂ, ਉਹ ਮੌਫ ਹੋ ਸਕਦੀਆਂ, ਉਹਨਾਂ ਨੂੰ ਲੌਕ ਕਰ ਲਓ। ਜਿਵੇਂ ਫੇਸਬੁੱਕ 'ਤੇ ਇੱਕ ਆਪਸ਼ਨ ਹੈ ਕਿ ਫੋਟੋ ਲੌਕ ਹੋ ਜਾਂਦੀ ਹੈ, ਉੱਥੋਂ ਕਾਪੀ ਨਹੀਂ ਹੋ ਸਕਦੀ, ਠੀਕ ਹੈ ਨਾ। ਮਤਲਬ ਫਿਰ ਗੱਲ ਤਾਂ ਉਹੀ ਹੈ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਠੀਕ ਹੈ ਨਾ। ਜਿਵੇਂ ਮੈਂ ਗੱਲ ਕੀਤੀ ਸੀ, ਅਸੀਂ ਹੁਣ ਮਤਲਬ ਇੱਕ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਇੰਸੀਡੈਂਟ ਹੋਇਆ, ਉਸ ਤੋਂ ਬਾਅਦ ਅਸੀਂ ਆਪਣੇ ਸੋਸ਼ਲ ਮੀਡੀਆ ਸੈੱਲ ਨੂੰ ਹੋਰ ਸਟਰੈਂਥਨ ਕੀਤਾ। ਵੀ ਲਰਨਡ ਕਿ ਸਾਡੇ ਤੋਂ ਉਦੋਂ ਤੋਂ ਕੀ ਕਮੀ ਰਹੀ, ਕਿ ਰਿਊਮਰਸ ਵੱਧ ਸੋਸ਼ਲ ਮੀਡੀਆ ਤੇ ਚੱਲ ਰਹੇ ਸੀ। ਜੋ ਅਸੀਂ ਮੈਸੇਜ ਦੇਣਾ ਚਾਹੁੰਦੇ ਸੀ ਉਹ ਟ੍ਰੈਂਡਿੰਗ 'ਚ ਹੀ ਨਹੀਂ ਆਉਂਦਾ ਸੀ, ਉਹ ਸਹੀ ਪਹੁੰਚ ਹੀ ਨਹੀਂ ਸਕ ਰਿਹਾ ਸੀਗਾ। ਮੈਂ ਵੈਸੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਰ ਦੇਣਾ, ਸਾਡੇ ਮਾਣਯੋਗ DGP ਸਾਹਿਬ ਨੇ, ਅਸੀਂ ਇੱਕ ਪੰਜਾਬ ਲੈਵਲ ਤੇ ਇੱਕ ਨਵਾਂ ਇਨੀਸ਼ੀਏਟਿਵ ਸ਼ੁਰੂ ਕਰ ਰਹੇ ਹਾਂ। ਮਤਲਬ ਅਸੀਂ ਤੁਹਾਨੂੰ ਵੀ ਹੁਣ ਮੈਸੇजेस ਕਈ ਆਣੇ ਸ਼ੁਰੂ ਹੋ ਜਾਣ, ਰੈਪਿਡ ਇਨਫੋਰਮੇਸ਼ਨ ਕਮਿਊਨੀਕੇਸ਼ਨ ਨੈਟਵਰਕ। ਇੱਕ ਐਕਸਕਲੂਸਿਵਲੀ ਨਵੇਂ ਨੰਬਰ ਹਰ ਪੁਲਿਸ ਸਟੇਸ਼ਨ 'ਚ, ਹਰ DSP ਤੇ ਹਰ SSP ਰੈਂਕ ਨੂੰ ਮਿਲ ਰਹੇ ਹੈ। ਉਹ ਸਿਰਫ ਉਸ ਤੋਂ ਤੁਹਾਨੂੰ ਓਥੈਂਟਿਕ ਮੈਸੇजेस ਆਇਆ ਕਰਨਗੇ। ਕੱਲ੍ਹ ਨੂੰ ਸਾਨੂੰ ਕੋਈ ਅਸੀਂ ਇੱਕ ਪੂਰਾ ਨੈਟਵਰਕ ਬਣਾ ਰਹੇ ਹਾਂ, ਘੱਟੋ ਘੱਟ ਉਹਦੇ 'ਚ 1,00,000 ਬੰਦਾ ਹੋਊਗਾ। ਮਤਲਬ ਹਰ ਪੁਲਿਸ ਸਟੇਸ਼ਨ ਨਾਲ 300 400 ਬੰਦੇ ਐਸੋਸੀਏਟਡ ਹੋਣਗੇ। ਅਸੀਂ ਕੋਈ ਵੀ ਅਥੈਂਟਿਕ ਮੈਸੇਜ ਦੇਣਾ ਹੈ ਉੱਥੋਂ, ਮਤਲਬ ਵੀ ਆਰ ਏਮਿੰਗ ਕਿ ਵਿਦਿਨ 10 ਮਿੰਟਸ ਅਸੀਂ ਮਤਲਬ 10 ਲੱਖ ਤੱਕ ਰੀਚ ਕਰ ਸਕਦੇ ਹਾਂ। ਉਹ ਬੰਦਾ ਅੱਗੇ ਪਾ ਦੂਗਾ ਜੀ, ਠੀਕ ਹੈ ਨਾ। ਸਿਮਿਲਰਲੀ ਇੰਡੀਵਿਜੂਅਲ ਲੈਵਲ ਤੇ ਹੈ, ਮਤਲਬ ਜੇ ਸੋਸ਼ਲ ਮੀਡੀਆ ਨਾ ਹੋਵੇ, ਜੇ ਆਪਾਂ ਇੱਕ ਨੋਰਮਲ ਲਾਈਫ ਅੱਜ ਤੋਂ 50 ਸਾਲ ਪਹਿਲਾਂ ਵਾਲੀ ਸੋਚ ਕੇ ਚੱਲੀਏ, ਕੀ ਆਪਾਂ ਓਪਨਲੀ ਸਾਰਿਆਂ ਨੂੰ ਦੱਸਦੇ ਫਿਰਦੇ ਸੀ ਕਿ ਮੇਰਾ ਆ ਹੈ, ਇਹ ਹੈ, ਇਹ ਹੈ, ਉਹ ਹੈ, ਠੀਕ ਹੈ ਨਾ। ਤੇ ਮਤਲਬ ਉਸ ਸੈਂਸ 'ਚ ਪਰ ਉਹੀ ਨਾ, ਜਿਸ ਤਰ੍ਹਾਂ ਹੁਣ ਟਾਈਮ ਬਦਲ ਗਿਆ, ਮੈਂ ਜ਼ਿਕਰ ਕੀਤਾ ਕਿ ਆਪਾਂ ਜਦੋਂ ਕੋਈ ਫੋਟੋ ਨਹੀਂ ਅਪਲੋਡ ਕਰਦੇ, ਤੁਹਾਨੂੰ ਐਗਜ਼ਾਮਪਲ ਹੀ ਦੱਸ ਰਹੇ ਹਾਂ, ਨੇੜੇ ਤੇੜੇ ਦੇਖਦੇ ਹਾਂ, ਉਹ ਲੋਕਾਂ ਦੇ ਰਿਲੇਟਿਵਸ ਨੂੰ ਫਿਕਰ ਹੋ ਜਾਂਦੀ ਕਿ ਰੋਜ਼ ਵੀਡੀਓ ਪਾਉਂਦਾ ਸੀ, ਅੱਜ ਕਿਉਂ ਨਹੀਂ ਵੀਡੀਓ ਪਾਈ, ਅੱਜ ਇਹਨੇ ਫੋਟੋ ਕਿਉਂ ਨਹੀਂ ਪਾਈ। ਜਾਂ ਤਾਂ ਇੱਦਾਂ ਕੁਝ ਕੀਤਾ ਜਾਵੇ ਕਿ ਜੇ ਆਪਾਂ ਮੰਨ ਲਓ ਫੋਟੋ ਨਹੀਂ ਪਾ ਰਹੇ, 4-5 ਦਿਨ ਲਿਖ ਦਿੱਤਾ ਜਾਵੇ ਉੱਤੇ ਆਪਣੇ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਕਿ ਮੈਂ 4-5 ਦਿਨ ਆਰਾਮ ਤੇ ਹਾਂ, ਤੁਸੀਂ ਡਰਿਓ ਨਾ, ਘਬਰਾਇਓ ਨਾ। ਇਸ ਤਰ੍ਹਾਂ ਦਾ ਕੁਝ ਕੀਤਾ ਜਾਵੇ, ਜਾਂ ਕੁਝ ਹੋਰ ਵੀ ਚੀਜ਼ ਹੋ ਸਕਦੀ ਹੈ ਇਸ ਨੂੰ ਲੈ ਕੇ। ਉਹੀ ਹੈ ਨਾ, ਤੁਸੀਂ ਪਹਿਲਾਂ ਵਾਲੀ ਲਾਈਫ ਨਾਲ ਕੰਪੇਅਰ ਕਰੋ। ਜਿਹੜੇ ਬੰਦੇ ਗੈਟ ਟੂਗੇਦਰ ਜਾਂ ਕਲੱਬਸ ਜਾਂ ਪਾਰਟੀਆਂ ਜਾਂਦੇ ਸੀ ਜਾਂ ਖੇਡਣ ਜਾਂਦੇ ਸੀ, ਉਹ ਕਹਿੰਦੇ 4 ਦਿਨ ਹੋ ਗਿਆ ਖੇਡਣ ਨਹੀਂ ਆਇਆ, ਲੱਗਦਾ ਬਿਮਾਰ ਹੈ। ਜੀ ਜੀ, ਠੀਕ ਹੈ ਨਾ। ਉਹ ਹੁਣ ਲਾਈਫ ਹੀ ਸਾਰੀ ਵਰਚੁਅਲ ਵਰਲਡ ਤੇ ਹੈ, ਸੋਸ਼ਲ ਮੀਡੀਆ। ਤੁਸੀਂ ਉਹਨੂੰ ਸੇਮ ਕੰਪੈਰੀਜ਼ਨ ਕਰੋ ਨਾ, ਮਤਲਬ ਜਿਵੇਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਠੀਕ ਹੈ, ਬਟ ਉਹਨੂੰ ਮਤਲਬ ਥੋੜਾ ਜਿਹਾ, ਮਤਲਬ ਸਾਡਾ ਤਾਂ ਇਹੀ ਮੰਨਣਾ ਹੈ, ਅਸੀਂ ਜੋ ਦੇਖਦੇ ਹਾਂ, ਜਦੋਂ ਜਿਹੜੇ ਲੋਕਾਂ ਨਾਲ ਸਾਈਬਰ ਕ੍ਰਾਈਮ ਹੋ ਰਿਹਾ, ਉਹਨਾਂ ਨੇ ਆਪ ਹੀ ਆਪਣੀ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ। ਜਿਵੇਂ ਮੈਂ ਗੱਲ ਕਰਦਾ, ਆਪਾਂ ਕੁਛ ਵੀ ਕਰਾਉਣਾ, ਫੋਰ ਐਗਜ਼ਾਮਪਲ ਮੈਂ ਟ੍ਰੇਨ ਦੀ ਟਿਕਟ ਹੀ ਬੁੱਕ ਕਰਾਉਣੀ ਆ, ਉਹ ਉੱਥੋਂ ਏਜੰਟ ਫੋਨ ਕਰਦਾ ਜੀ ਆਪਣਾ ਆਧਾਰ ਕਾਰਡ ਭੇਜ ਦਿਓ, ਜੀ ਆਪਾਂ ਆਧਾਰ ਕਾਰਡ, ਪੈਨ ਕਾਰਡ, ਸਾਰਾ ਕੁਝ WhatsApp ਤੇ ਭੇਜ ਦਿੰਦੇ ਹਾਂ ਬਿਨਾਂ ਸੋਚੇ। ਮਤਲਬ ਆਪਾਂ ਜਿਵੇਂ ਸਾਰੇ ਕਹਿੰਦੇ ਹੁਣ ਕ੍ਰਾਸ ਸਿਗਨੇਚਰ ਕਰ ਦਿਓ, ਕ੍ਰਾਸ ਲਿਖ ਦਿਓ, ਆਪਾਂ ਉਹ ਵੀ ਨਹੀਂ ਕਰਦੇ ਹੈਗੇ। ਫਿਰ ਇਟ ਇਜ਼ ਮੈਂਟ ਟੂ ਬੀ ਮਿਸਯੂਜ਼ਡ। ਆਪਾਂ ਪ੍ਰੀਵੈਂਸ਼ਨ ਤਾਂ ਕੋਈ ਲੈ ਹੀ ਨਹੀਂ ਰਹੇ ਨਾ, ਆਪ ਹੀ ਆਪਾਂ ਸਾਰੇ ਆਪਣੇ ਅੰਦਰ ਝਾਤੀ ਮਾਰੀ, ਆਪਾਂ ਆਪ ਹੀ ਦੇ ਦਿਆਂ। ਆਪਾਂ ਹੋਟਲ 'ਚ ਜਾਂਦੇ ਹਾਂ, ਚੁੱਪ ਕਰਕੇ ਆਪਣਾ ਆਧਾਰ ਕਾਰਡ ਫੜਾਉਂਦੇ ਹਾਂ ਕਿ ਜੀ ਆ ਤੂੰ ਇਹਨੂੰ ਸਕੈਨ ਕਰ ਲਾ। ਮਤਲਬ ਇਟ ਸ਼ੁੱਡ ਬੀ ਬੈਟਰ ਕਿ ਪ੍ਰਿੰਟ ਦੇ ਯਾਰ ਮੈਨੂੰ, ਮੈਂ ਉੱਥੇ ਕ੍ਰਾਸ ਸਿਗਨੇਚਰ ਕਰਦਾ ਤਾਂ ਕਿ ਐਟਲੀਸਟ ਉਹ ਮਿਸਯੂਜ਼ ਤਾਂ ਨਾ ਹੋਵੇ ਕਿਤੇ।
ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ, ਮੰਨ ਲਓ ਆਪਾਂ ਹੋਟਲਸ ਵਿੱਚ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਤੇ ਜੇ ਕਈ ਵਾਰੀ ਹੁੰਦਾ ਆਪਾਂ ਉਹਨਾਂ ਤੋਂ ਆਧਾਰ ਕਾਰਡ, ਜਿੱਦਾਂ ਤੁਸੀਂ ਕਹਿ ਰਹੇ ਹੋ, ਉਹਨਾਂ ਨੇ ਸਕੈਨ ਕਰ ਲਿਆ, ਫੋਟੋ ਸਟੇਟ ਕਾਪੀ ਸਾਨੂੰ ਦੇਤੀ, ਉਹ ਕਹਿੰਦੇ ਨੇ ਇਸ ਦੇ ਉੱਤੇ ਸਿਗਨੇਚਰ ਕਰ ਦਿਓ, ਅਸੀਂ ਸਿਗਨੇਚਰ ਕਰਤੇ, ਜਦੋਂ ਅਸੀਂ ਕ੍ਰਾਸ ਕਰਨ ਲੱਗਦੇ ਹਾਂ ਜਾਂ ਫਿਰ ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਉਸ ਦੇ ਉੱਤੇ ਲਿਖ ਦਿਓ ਕਿ ਯੂਜ਼ਡ ਫੋਰ ਵੈਰੀਫਿਕੇਸ਼ਨ ਜਾਂ ਇੱਦਾਂ ਆਈਡੈਂਟੀਫਿਕੇਸ਼ਨ ਕਰਕੇ ਉਹ ਲਿਖਦੇ ਆ, ਤੇ ਕਈ ਵਾਰੀ ਹੋਟਲ ਵਾਲੇ ਹੋ ਗਏ ਜਾਂ ਹੋਰ ਜਿਨ੍ਹਾਂ ਨੂੰ ਵੀ ਆਪਾਂ ਦੇਣਾ ਹੁੰਦਾ ਉਹ ਇਤਰਾਜ਼ ਕਰਨ ਲੱਗ ਪੈਂਦੇ, ਕਹਿੰਦੇ ਨਹੀਂ ਇੱਦਾਂ ਨਹੀਂ ਚੱਲੇਗਾ, ਇੱਦਾਂ ਨਹੀਂ ਚੱਲੇਗਾ। ਫਿਰ ਉਸ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਕਿ ਅਸੀਂ ਕੰਪਲੇਂਟ ਕਰ ਸਕਦੇ ਹਾਂ ਉਸ ਦੀ? ਹਾਂਜੀ, ਓਬਵੀਅਸਲੀ ਯੂ ਸ਼ੁਡ ਗੋ ਟੂ ਦ ਨੀਅਰੈਸਟ ਪੁਲਿਸ ਸਟੇਸ਼ਨ। ਹਾਂ, ਨਾਲੇ ਕੁਛ ਮਤਲਬ ਓਬਵੀਅਸਲੀ ਉਹਦੇ ਉੱਪਰ ਜੇ ਆਪਾਂ ਕ੍ਰਾਸ ਕਰਨਾ, ਕੁਛ ਇਹ ਜਿਹਾ ਨਾ ਲਿਖੀਏ ਕਿ ਆਪਣੀ ਫੋਟੋ ਹੀ ਦੇ ਉੱਪਰ ਲਿਖਿਆ ਜਾਏ, ਜਾਂ ਜਿੱਥੇ ਆਪਣਾ ਕੋਈ ਬਾਰ ਕੋਡ ਜਾਂ ਨੰਬਰ ਲਿਖਿਆ ਹੋਇਆ ਉੱਥੇ ਲਿਖਿਆ ਜਾਈਏ। ਆਪਾਂ ਆਪ ਸੋਚੀਏ ਨਾ ਕਿ ਆਪਾਂ ਪ੍ਰੀਵੈਂਸ਼ਨ ਹੋਰ ਕਿਸ ਤਰੀਕੇ ਕਰ ਸਕਦੇ ਹਾਂ ਤਾਂ ਕਿ ਉੱਥੇ ਉਹ ਮਿਸਯੂਜ਼ ਨਾ ਹੋਵੇ ਕਦੇ। ਠੀਕ ਹੈ ਜੀ, ਠੀਕ ਹੈ। ਮੈਮ, ਜੇ ਗੱਲ ਕੀਤੀ ਜਾਵੇ ਹੁਣ ਟਰਾਂਸਪੋਰਟ ਨੂੰ ਲੈ ਕੇ ਗੱਲ ਕਰ ਲੈਂਦੇ, ਕਿਉਂਕਿ ਟਰਾਂਸਪੋਰਟ ਨੂੰ ਲੈ ਕੇ ਅਕਸਰ ਹੀ ਸਵਾਲ ਚੁੱਕੇ ਜਾਂਦੇ ਨੇ, ਕਾਫੀ ਕੁਝ ਕਿਹਾ ਜਾਂਦਾ ਹੈ ਕਿ ਕਈ ਚੀਜ਼ਾਂ ਆਪਾਂ ਦੇਖਦੇ ਹਾਂ, ਤੁਸੀਂ ਕਹਿ ਰਹੇ ਹੋ ਕਿ ਆਨਲਾਈਨ ਹੋ ਗਿਆ ਕਾਫੀ ਕੁਝ, ਪਰ ਕਈ ਥਾਵਾਂ ਤੇ ਆਪਾਂ ਦੇਖਦੇ ਹਾਂ ਕਿ ਇਲੀਗਲ ਗੱਡੀਆਂ ਵੀ ਚੱਲਦੀਆਂ ਹੁੰਦੀਆਂ ਨੇ ਜਾਂ ਹੋਰ ਰੂਲਸ ਵਗੈਰਾ ਉਹਨਾਂ ਵੱਲੋਂ ਬ੍ਰੇਕ ਕੀਤੇ ਜਾਂਦੇ ਨੇ। ਕੀ ਉਸ ਨੂੰ ਲੈ ਕੇ ਜੋ ਤੁਸੀਂ ਐਗਜ਼ਾਮਪਲ ਦਿੱਤਾ ਸੀਗਾ ਕਿ ਟੈਬ ਦੇ ਦਿੱਤੇ ਗਏ ਨੇ, ਕਿ ਉਸ ਦੇ ਵਿੱਚ ਜਦੋਂ ਕੋਈ ਵੀ ਆਫੀਸਰ ਜਿਹੜਾ ਹੈਗਾ ਹੈ, ਜਿਹੜਾ ਮੌਕੇ ਤੇ ਹੋਏਗਾ, ਉਹ ਜਦੋਂ ਗੱਡੀ ਦੀ ਫੋਟੋ ਕਲਿੱਕ ਕਰੇਗਾ ਕਿ ਉਸ ਦੇ ਕੋਲ ਪੂਰੀ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਇਸ ਦੇ ਕਾਗਜ਼ ਵਗੈਰਾ ਪੂਰੇ ਨੇ ਜਾਂ ਨਹੀਂ ਨੇ, ਕਿ ਇਸ ਦੀ ਮੇਨਟੇਨੈਂਸ ਜਿੱਦਾਂ ਕਈ ਵੱਡੀ ਗੱਡੀਆਂ ਦੀ ਹੁੰਦੀ ਹੈ ਉਹ ਪੂਰੀ ਹੈ ਜਾਂ ਨਹੀਂ ਹੈ, ਕਿ ਇਸ ਤਰ੍ਹਾਂ ਦਾ ਕੁਝ ਹੁੰਦਾ ਉਸ ਦੇ ਵਿੱਚ? ਜਿਹੜੀ ਇਹ ਪਾਸਿੰਗ ਦਾ ਹੁਣ ਹੈਗਾ ਔਨ ਵਿਦ ਟੈਬਸ ਹੋਣੀ ਹੈ, ਵਨਸ ਜਿਹੜਾ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਹੋ ਗਿਆ ਤਾਂ ਆਈ ਐਮ ਸ਼ੋਰ ਕਿ ਜਦੋਂ ਸੜਕ ਤੇ ਚੈਕਿੰਗ ਵੀ ਹੋਣੀ ਹੈ ਤੇ ਉਦੋਂ ਵੀ ਇਟ ਇਜ਼ ਗੋਇੰਗ ਟੂ ਬੀ ਵੈਰੀ ਹੈਲਪਫੁਲ। ਦੂਸਰੀ ਚੀਜ਼, ਥੋੜਾ ਜਿਹਾ ਦਿਸ ਪੁਆਇੰਟ ਹੈਜ਼ ਆਲਸੋ ਬੀਨ, ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਟਰਾਂਸਪੋਰਟ ਮਿਸਟਰ ਵਿਕਾਸ ਗਰਗ, ਹੀ ਇਜ਼ ਮੇਕਿੰਗ ਅ ਲੋਟ ਆਫ ਐਫਰਟ ਰਿਗਾਰਡਿੰਗ ਦਿਸ ਕਿ ਜਿੰਨਾ ਕੁ ਜ਼ਿਆਦਾ ਸਿਸਟਮ ਜਿਹੜਾ ਹੈਗਾ ਜੀ ਟਰਾਂਸਪੇਰੈਂਟ ਹੋ ਜੇ। ਅੱਜ ਵੀ ਜਿਹੜੇ ਹੁਣ ਬੀਇੰਗ ਅ ਰੀਜਨਲ ਟਰਾਂਸਪੋਰਟ ਅਥਾਰਟੀ, ਵੀ ਚੈੱਕ ਦ ਵਹੀਕਲਸ ਜਿਹੜੇ ਕੋਈ ਵਿਦਾਊਟ ਦ ਮੋਟਰ ਵਹੀਕਲ ਟੈਕਸ ਨੇ ਜਾਂ ਓਵਰਲੋਡਡ ਨੇ, ਓਵਰ ਹਾਈਟ ਨੇ, ਯੂਜ਼ਿੰਗ ਦ ਪ੍ਰੈਸ਼ਰ ਹੌਰਨਸ ਐਂਡ ਆਲ ਦ ਹੈਵੀਅਰ ਵਹੀਕਲਸ। ਨਾਓ ਦੇਰ ਇਜ਼ ਐਨ ਐਫਰਟ ਆਲਸੋ ਟੂ ਮੇਕ ਦਿਸ ਥਿੰਗ ਆਲਸੋ। ਹੁਣ ਹਾਲੇ ਤੱਕ ਅਸੀਂ ਮੈਨੂਅਲ ਚਲਾਨ ਕੱਟਦੇ ਹਾਂ ਜੀ, ਤੇ ਇਹ ਵੀ ਹੁਣ ਐਫਰਟ ਚੱਲ ਰਿਹਾ ਕਿ ਕਿਸੇ ਤਰ੍ਹਾਂ ਇਹ ਵੀ ਰਿਕਾਰਡ ਜਿਹੜਾ ਹੈਗਾ ਇਹਨੂੰ ਵੀ ਅਸੀਂ ਪੂਰਾ ਸਿਸਟਮ ਡੇਟਾ ਦੇ ਵਿੱਚ ਇਹ ਆ ਜਾਏ ਤਾਂ ਕਿ ਕੱਲ੍ਹ ਨੂੰ ਜਦੋਂ ਨੈਕਸਟ ਟਾਈਮ ਵੈਨ ਦੈਟ ਵਹੀਕਲ ਇਜ਼ ਕੌਟ, ਇਮੀਡੀਏਟਲੀ ਇਟ ਕਮਸ ਕਿ ਜੀ ਦਿਸ ਵਹੀਕਲ ਵਾਜ਼ ਚਲਾਨਡ earlier also for this very reason। ਜਿਵੇਂ ਕਿ ਦੂਸਰੇ ਵਹੀਕਲਸ ਦੇ ਵਿੱਚ ਤੇ ਆ ਗਿਆ ਵੀ ਹੁਣ ਚਲਾਨਸ ਜਿਹੜੇ ਨੇ ਜਿਹੜੇ ਕੱਟੇ ਜਾਂਦੇ ਨੇ ਆਨਲਾਈਨ ਅਪਲੋਡ ਹੁੰਦੇ ਨੇ ਤੇ ਉਹਦਾ ਪਤਾ ਲੱਗ ਜਾਂਦਾ ਜੀ, ਉਹ ਪਤਾ ਲੱਗ ਜਾਂਦਾ ਵੀ ਇਸ ਗੱਡੀ ਦਾ ਇੰਨੀ ਵਾਰ ਚਲਾਨ ਹੋ ਚੁੱਕਿਆ। ਸੋ slowly and steadily we are moving towards okay, from where everything will be available to the end user on the click of a button, even to the administration and even to the people ਜਿਨ੍ਹਾਂ ਵਾਸਤੇ ਕਿ ਸਾਰੀਆਂ ਸਰਵਿਸਿਜ਼ ਬਣੀਆਂ ਨੇ ਜੀ। ਬਟ ਖੈਰ ਇਟ ਇਜ਼ ਅ ਲੌਂਗ ਰੋਡ ਐਂਡ ਐਜ਼ ਆਈ ਸੈਡ ਕਿ the steps every day a new initiative is coming। ਤੇ I also joined transport department 2 months back and I was very surprised and pleased to see ਕਿ most ਚੀਜ਼ਾਂ ਵਾਸਤੇ ਲੋਕਾਂ ਨੂੰ ਚੱਕਰ ਕੱਟਣ ਦੀ ਲੋੜ ਨਹੀਂ ਪੈਂਦੀ, ਪਰ ਥੋੜਾ ਆਪਣਾ ਉਹ ਬਣਿਆ ਹੋਇਆ ਕਿ ਜੀ ਆਰਸੀ ਪਹੁੰਚੀ ਨਹੀਂ ਜਾਂ ਉਹ, ਬਟ ਕਈ ਵਾਰ ਤੇ ਕਈਆਂ ਨੂੰ ਇਹ ਪਤਾ ਵੀ ਨਹੀਂ ਕਿ ਜੀ ਇਹ ਪ੍ਰਿੰਟ ਹੋ ਕੇ ਸਾਡੇ ਘਰੇ ਪਹੁੰਚਣਾ ਹੈ। ਜਿਵੇਂ ਪੁਰਾਣਾ ਸਿਸਟਮ ਸੀ ਕਿ ਜੀ ਮੈਡਮ ਦੇ ਦਿਓ ਜੀ, ਮੈਂ ਕਿਹਾ ਜੀ ਹੁਣ ਤੇ ਸਿਸਟਮ ਹੀ ਨਹੀਂ ਰਿਹਾ, ਹੁਣ ਤੇ ਤੁਹਾਨੂੰ ਤੁਹਾਡੇ ਘਰੇ ਹੀ ਬਾਈ ਪੋਸਟ ਆਉਣੀ ਹੈ। ਸੋ ਦੇਰ ਆਰ ਗੁੱਡ ਇਨੀਸ਼ੀਏਟਿਵਸ ਬਟ ਐਜ਼ ਆਈ ਸੈਡ ਦੇਰ ਆਰ ਹਿਕਅਪਸ ਸਮਟਾਈਮਸ। ਜ਼ਿਆਦਾਤਰ ਐਂਡ ਯੂਜ਼ਰਸ ਦੀ ਕੰਪਲੇਂਟ ਹੁੰਦੀ ਹੈ ਜੀ ਸਰਵਰ ਡਾਊਨ ਹੈ, ਸਾਈਟ ਨਹੀਂ ਚੱਲਦੀ, ਇੱਦਾਂ ਦੇ ਕੁਝ ਜਿਹੜੇ ਹੈਗੇ ਨੇ ਹਿਕਅਪਸ ਆਉਂਦੇ ਨੇ ਜੀ। ਬਟ ਐਜ਼ I'm repeating only, the efforts and the initiative and the intentions of the governments are ਕਿ ਅਸੀਂ ਇਹਨੂੰ ਜਿੰਨਾ ਜ਼ਿਆਦਾ people friendly ਤੇ end user friendly ਤੇ ਜਿੰਨਾ ਇਹਨੂੰ transparent ਕਰ ਸਕੀਏ। ਜੀ ਮੈਮ, ਇੱਕ ਹੋਰ ਜਿਹੜੀ ਤੁਸੀਂ ਲਾਇਸੈਂਸ ਦੀ ਗੱਲ ਕੀਤੀ ਸੀਗੀ, ਪਹਿਲਾਂ ਤਾਂ ਹੁਣ ਜਿੱਦਾਂ ਆਨਲਾਈਨ ਬੰਦਾ ਅਪਲਾਈ ਕਰਦਾ ਵੈ, ਮੈਂ ਕਈ ਵਾਰੀ ਖੁਦ ਦੇਖਿਆ, ਮੈਂ ਖੁਦ ਜਦੋਂ ਲਾਇਸੈਂਸ ਅਪਲਾਈ ਕੀਤਾ ਸੀਗਾ, ਉਹ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਲਰਨਿੰਗ ਲਾਇਸੈਂਸ ਅਪਲਾਈ ਕਰਦੇ ਹਾਂ, ਉਹ ਸਾਡੀ ਫੋਟੋ ਹੀ ਸਕੈਨ ਨਹੀਂ ਹੁੰਦੀ। ਉਹ ਜਿਹੜੀ ਹਿਕਅਪਸ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਬਹੁਤ ਜ਼ਿਆਦਾ ਆਉਂਦੇ ਨੇ, ਇਕੱਲੇ ਮੈਨੂੰ ਨਹੀਂ ਹੋਰ ਵੀ ਕਈ ਲੋਕਾਂ ਨੂੰ ਆਏ ਮੈਂ ਦੇਖੇ। ਉਹ ਉਸ ਨੂੰ ਕਿਸ ਤਰ੍ਹਾਂ ਦਰੁਸਤ ਕੀਤਾ ਜਾ ਸਕਦਾ ਹੈ ਤਾਂ ਕਿ ਜੇ ਬੰਦਾ ਕੋਈ ਬੈਠਾ ਉਹਦੀ ਆਈ ਸਕੈਨ ਹੋ ਰਹੀ ਹੈ, ਉਹਦੀਆਂ ਅੱਖਾਂ ਸਕੈਨ ਹੋ ਰਹੀਆਂ ਨੇ ਉਹਦੀ ਪ੍ਰੋਪਰ, ਤੇ ਉਹ ਜਲਦੀ ਜਲਦੀ ਹੋ ਜਾਏ। ਕਿਉਂਕਿ ਕਈ ਵਾਰੀ ਕੀ ਹੁੰਦਾ, ਬੰਦਾ ਜਾਂਦਾ ਹੈ ਘਰੇ ਲੈਪਟਾਪ ਤੇ ਬੈਠ ਕੇ ਤਾਂ ਕਈ ਵਾਰੀ ਨਹੀਂ ਹੁੰਦਾ, ਜਦੋਂ ਉੱਥੇ ਸਾਈਬਰ ਕੈਫੇ ਚਲਾ ਜਾਂਦਾ ਬੰਦਾ ਕਰਨ ਲਈ, ਉੱਥੇ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ, ਉਹ ਸਕੈਨ ਹੀ ਨਹੀਂ ਕਰ ਪਾਉਂਦਾ। ਤੁਹਾਡਾ ਜੋ ਰੈਟੀਨਾ ਸਕੈਨ ਕਰਨਾ ਹੁੰਦਾ ਸ਼ਾਇਦ, ਉਸ ਨੂੰ ਕਿਸ ਤਰ੍ਹਾਂ ਮਤਲਬ ਦਰੁਸਤ ਕਰਨ ਦੀ ਕੋਈ
ਕੀਤੀ ਜਾ ਰਹੀ ਹੈ ਕੋਸ਼ਿਸ਼ ਵਗੈਰਾ ਉਸ ਨੂੰ ਲੈ ਕੇ? ਹਾਂਜੀ ਇੰਨਾ ਜ਼ਰੂਰ ਹੈ, ਇਹ ਤੇ ਐਫਰਟਸ ਹੈਗੇ ਨੇ ਕਿ ਜਿੰਨੀ ਕੁ ਜ਼ਿਆਦਾ ਟੈਕਨੋਲੋਜੀ ਨੂੰ ਹੋਰ ਐਡਵਾਂਸਡ ਕਰ ਸਕੀਏ। ਹਾਂਜੀ। ਐਜ਼ ਆਈ ਸੈਡ ਕਿ ਇਹਦੇ ਵਿੱਚ देयर आर ਇਸ਼ੂਜ਼, ਆਈ ਵੁੱਡ ਨਾਟ ਡਿਨਾਈ ਇਟ, ਕਿ ਜਿਵੇਂ ਸਿਸਟਮ ਡਾਊਨ ਹੋ ਗਿਆ, ਸਰਵਰ ਡਾਊਨ ਹੋ ਗਿਆ, ਜਾਂ ਫਿਰ ਜਿਵੇਂ ਤੁਸੀਂ ਕਿਹਾ ਆਈ ਆਲਸੋ ਫੇਸ ਦ ਸੇਮ ਪ੍ਰੋਬਲਮ ਵੈਨ ਆਈ ਵਾਸ ਗੈਟਿੰਗ ਮਾਈ ਲਾਇਸੈਂਸ ਰਿਨਿਊਡ। ਸੋ देयर आर ਇਹ ਚੀਜ਼ਾਂ ਹੈਗੀਆਂ ਨੇ ਜੀ, ਬਟ ਅਗੇਨ ਦੀ ਐਫਰਟਸ ਆਰ ਗੋਇੰਗ ਔਨ ਕਿ ਜਿੰਨਾ ਕੁ ਜ਼ਿਆਦਾ ਇਹ ਥੋੜਾ ਹੋਰ ਈਜ਼ੀਅਰ ਹੋ ਜਾਏ ਫॉर ਪੀਪਲ। ਜੀ ਤੇ ਮੈਡਮ ਲਾਇਸੈਂਸ ਜਿੱਦਾਂ ਹੁਣ ਫਸਟ ਤਾਂ ਆਪਾਂ ਘਰੇ ਬੈਠੇ ਬੈਠੇ ਹੀ ਲਾਇਸੈਂਸ ਲੈ ਲੈਂਦੇ ਹਾਂ, ਲਰਨਿੰਗ ਲਾਇਸੈਂਸ। ਦੂਸਰੀ ਵਾਰੀ ਸਾਨੂੰ ਟੈਸਟ ਦੇਣ ਜਾਣਾ ਪੈਂਦਾ ਹੈ ਹਨਾ, ਹਾਂਜੀ, ਠੀਕ ਹੈ। ਉਹ ਉਸ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਅਕਸਰ ਅਸੀਂ ਖਬਰਾਂ ਦੇਖਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ ਕਿ ਭ੍ਰਿਸ਼ਟਾਚਾਰ ਦੀਆਂ ਖਬਰਾਂ ਆਉਂਦੀਆਂ ਨੇ। ਕੋਈ ਕਹਿ ਦਿੰਦਾ ਹੈ ਮੈਂ ਤੇਰਾ ਟੈਸਟ ਪਾਸ ਕਰਵਾ ਦੂੰਗਾ, ਕਿ ਕੋਈ ਦਿੱਕਤ ਨਹੀਂ ਹੈਗੀ, ਇੰਨੇ ਪੈਸੇ ਲੱਗੇ ਨੇ। ਕੀ ਉਹ ਚੀਜ਼ ਖਤਮ ਹੋ ਗਈ ਹੈ ਜਾਂ ਹਲੇ ਹੈ? ਦੇਖੋ ਜੀ, ਮੈਨੂੰ ਤੇ ਇੱਥੇ ਆਏ ਨੂੰ 2 ਮਹੀਨੇ ਹੋਏ ਨੇ, ਮੈਂ ਐਵੇਂ ਝੂਠ ਬੋਲਾਂ, ਮੈਨੂੰ ਅੱਜ ਤੱਕ ਤੇ ਇਹ ਵੀ ਸਿਫਾਰਿਸ਼ ਨਹੀਂ ਆਈ ਵੀ ਮੈਡਮ ਸਾਡਾ ਟੈਸਟ ਪਾਸ ਕਰਾ ਦਿਓ। ਤੇ ਐਵੇਂ ਮਤਲਬ ਕਿਤੇ ਨਾ ਕਿਤੇ ਇੱਕ ਅੱਧਾ ਕੋਈ ਸੋਲ ਇਨਸੀਡੈਂਟ ਕਿਤੇ ਹੋਇਆ ਵੀ ਹੁੰਦਾ ਤੇ ਥੋੜਾ ਜਿਹਾ ਐਗਜ਼ੈਜਰੇਟ ਵੀ ਹੋ ਜਾਂਦਾ ਹੈ, ਪਰ ਦ ਮੈਸੇਜ ਇਜ਼ ਵੈਰੀ ਲਾਊਡ ਐਂਡ ਕਲੀਅਰ ਕਿ ਜੈਨੂਇਨਲੀ ਬੰਦਾ ਜਾ ਕੇ, ਹੁਣ ਜਿਹੜਾ ਉੱਥੇ ਜਾ ਕੇ ਟੈਸਟ ਪਾਸ ਹੀ ਨਹੀਂ ਕਰੂਗਾ, ਉਹਨੇ ਸੜਕ ਤੇ ਫਿਰ ਬੰਦੇ ਥੱਲੇ ਦੇਣੇ ਹੀ ਨੇ। ਤੇ ਇਹ ਤਾਂ ਫਿਰ ਅਥਾਰਟੀਜ਼ ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ ਕਿ ਪ੍ਰੋਪਰ ਆਪਾਂ। ਮੈਨੂੰ ਮਤਲਬ ਜੇ ਕੋਈ ਸਾਡੇ ਵੱਲੋਂ ਤੇ ਇਹੀ ਮੈਸੇਜ ਹੈ ਵੀ ਕਿਸੇ ਦਾ ਵੀ ਟੈਸਟ ਤੇ ਬੰਦਾ ਦਵੇ ਤੇ ਪਾਸ ਕਰੇ, ਜੇ ਨਹੀਂ ਹੁੰਦਾ ਤੇ ਮਤਲਬ ਕਿ there is zero tolerance for it. This is the message which is loud and clear, and up to maximum it is being followed also. ਕੋਈ ਇੱਕਾ ਦੁੱਕਾ ਇਨਸੀਡੈਂਟ ਕਿਤੇ ਹੋਇਆ ਹੋਵੇ ਤਾਂ that is, ਪਰ ਇਸ ਚੀਜ਼ 'ਚ ਹੁਣ ਭ੍ਰਿਸ਼ਟਾਚਾਰ ਵਾਲਾ ਜਿਹੜਾ ਹੈਗਾ, I think there is zero scope, ਕਿਉਂਕਿ ਜਿਹੜਾ ਉਹ ਟੈਸਟ ਹੈ ਜੀ ਉਹ ਅਪਲੋਡ ਹੋਣਾ ਹੁੰਦਾ, ਉਹ ਬੰਦਾ ਚਲਾਊਗਾ ਤੇ ਜਿਵੇਂ ਜਿਵੇਂ I myself go to the track every week and I myself look at it, ਉਹ ਜਿਵੇਂ ਜਿਵੇਂ ਬੰਦਾ ਉਹਨੂੰ ਚਲਾਉਂਦਾ ਹੈ ਗੱਡੀ ਨੂੰ, ਉਵੇਂ ਉਵੇਂ ਉਹ ਆਈ ਜਾਂਦਾ ਤੇ ਉਹਦੀ ਵੀਡੀਓ ਬਣਦੀ ਹੈ, ਉਹ ਵੀਡੀਓ ਅਪਲੋਡ ਹੋਊਗੀ ਤਾਂ ਹੀ ਤੁਹਾਨੂੰ ਜਿਹੜਾ ਹੈਗਾ ਲਾਇਸੈਂਸ ਮਿਲੂਗਾ। ਜੀ ਮੈਮ, ਟਰੈਕ ਦੀ ਗੱਲ ਤੁਸੀਂ ਕੀਤੀ, ਉਹ ਪਹਿਲੀ ਪ੍ਰੋਬਲਮ ਸੀ। ਦੂਜੀ ਪ੍ਰੋਬਲਮ ਟਰੈਕ ਵਾਲੀ ਬਹੁਤ ਜ਼ਿਆਦਾ ਲੋਕੀ ਫੇਸ ਕਰਦੇ ਆ ਕਿ ਜਦੋਂ ਟਰੈਕ ਦੇ ਉੱਤੇ ਚਲੇ ਜਾਂਦੇ, ਪੂਰਾ ਟੈਸਟ ਦੇਣ ਨੂੰ ਤਿਆਰ ਹੋ ਕੇ ਕੋਈ ਗੱਡੀ ਲੈ ਕੇ ਚਲਾ ਜਾਂਦਾ ਹੈ, ਕੋਈ ਆਪਣਾ 2 ਵੀਲਰ ਲੈ ਕੇ ਚਲਾ ਜਾਂਦਾ ਹੈ, ਉਹ ਕਈ ਵਾਰੀ ਜਿਹੜੇ ਟਰੈਕ ਵਾਲੇ ਕੈਮਰੇ ਹੁੰਦੇ ਉਹ ਵੀ ਕੰਮ ਨਹੀਂ ਕਰ ਰਹੇ ਹੁੰਦੇ, ਕਈ ਵਾਰੀ ਦਿੱਕਤ ਆਉਂਦੀ ਹੈ। ਇਹ ਤਾਂ ਦੇਖਿਆ ਹੀ ਹੋਏਗਾ ਤੁਸੀਂ ਵੀ, ਤੁਹਾਨੂੰ ਵੀ ਪਤਾ ਹੋਏਗਾ। ਸਰਵਰ ਵਾਲੀ ਜਾਂ ਆਹ ਵਾਲੀ ਜਿਹੜੀ ਹੈ ਟੈਕਨੋਲੋਜੀ ਦੀ ਪ੍ਰੋਬਲਮ, ਇਟ ਇਜ਼ ਬੀਇੰਗ ਫੇਸਡ ਕੁਆਇਟ ਅ ਲੋਟ, ਬਟ ਦੈਨ ਅਗੇਨ ਕੋਸ਼ਿਸ਼ ਇਹ ਜਾ ਰਹੀ ਹੈ ਜੀ ਇਹਨੂੰ ਜਿੰਨੀ ਤੋਂ ਜਲਦੀ ਜਿਹੜੇ ਹਿਕਅਪਸ ਨੇ ਇਹਨਾਂ ਨੂੰ ਰਿਮੂਵ ਕਰ ਦਿੱਤਾ ਜਾਵੇ। ਜੀ ਠੀਕ ਹੈ ਸਰ, ਫਿਰ ਆਪਾਂ ਗੱਲ ਕਰਦੇ ਹਾਂ ਉਹ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ। ਟੈਕਨੋਲੋਜੀ ਦੇ ਵਿੱਚ ਕਾਫੀ ਸਾਰੀਆਂ ਹਿਕਅਪਸ ਆਉਂਦੀਆਂ ਨੇ। ਤੁਹਾਨੂੰ ਵੀ ਕੋਈ ਕੇਸ ਜਿਸ ਤਰ੍ਹਾਂ ਆ ਜਾਂਦਾ ਹੈ ਸਾਈਬਰ ਕ੍ਰਾਈਮ ਦਾ ਲੈ ਕੇ ਜਾਂ ਫਾਈਨੈਂਸ਼ੀਅਲ ਨੂੰ ਲੈ ਕੇ, ਉਸ ਨੂੰ ਸੋਲਵ ਕਰਨ ਦੇ ਵਿੱਚ ਕੀ ਤੁਹਾਨੂੰ ਲੱਗਦਾ ਦਿੱਕਤ? ਤੁਸੀਂ ਉਸ ਦਾ ਜ਼ਿਕਰ ਵੀ ਕੀਤਾ ਹੈ ਕਿ ਲੋਕ ਜੋ ਹੈ ਖੁਦ ਹੀ ਰਿਪੋਰਟ ਨਹੀਂ ਕਰਦੇ ਹੈਗੇ। ਲੋਕ ਕਈ ਵਾਰੀ ਡਰਦੇ ਹੈਗੇ ਨੇ ਇਸ ਚੀਜ਼ ਨੂੰ ਲੈ ਕੇ ਕਿ ਕੋਈ ਸੱਚ ਨਾ ਸਾਹਮਣੇ ਨਿਕਲ ਜਾਏ, ਹਾਂ ਮੈਂ ਵੀ ਗਲਤੀ ਕੀਤੀ ਹੈ, ਮੈਂ ਗਲਤੀ ਨਾਲ ਕਲਿੱਕ ਕਰ ਦਿੱਤਾ, ਪਰ ਬਾਅਦ ਦੇ ਵਿੱਚ ਕੋਈ ਮੰਨਦਾ ਨਹੀਂ ਹੈਗਾ, ਨਹੀਂ ਜੀ ਮੈਂ ਤਾਂ ਕਲਿੱਕ ਕੀਤਾ ਨਹੀਂ, ਉਹ ਪਤਾ ਨਹੀਂ ਅਚਾਨਕ ਹੀ ਹੋ ਗਿਆ ਇਸ ਤਰ੍ਹਾਂ ਕਰਕੇ। ਤੇ ਉਸ ਤੋਂ ਕਿਵੇਂ ਲੋਕਾਂ ਨੂੰ ਮਤਲਬ ਜੋ ਹੈ ਜਾਗਰੂਕ ਕੀਤਾ ਜਾਵੇ ਕਿ ਜੇ ਹਾਂ ਕਿ ਤੁਸੀਂ ਗਲਤੀ ਕਰ ਦਿੱਤੀ ਹੈ, ਪ੍ਰੋਪਰ ਪੁਲਿਸ ਕੋਲ ਜਾਓ, ਸਾਡੇ ਕੋਲ ਆਓ, ਸਾਡੇ ਕੋਲ ਰਿਪੋਰਟ ਲਿਖਾਓ, ਤੁਹਾਨੂੰ ਡਰਨ ਦੀ ਲੋੜ ਨਹੀਂ, ਤੁਹਾਨੂੰ ਕਲਪ੍ਰਿਟ ਦੇ ਵਾਂਗੂ ਨਹੀਂ ਟਰੀਟ ਕੀਤਾ ਜਾਏਗਾ। ਦੇਖੋ ਜੀ, ਅਸੀਂ ਮੈਂ ਦੱਸਿਆ ਸੀ 24/7 ਇੱਕ ਆਪਣਾ ਸਾਈਬਰ ਸੈੱਲ ਸੈਟਅਪ ਕੀਤਾ ਹੋਇਆ ਐਸਐਸਪੀ ਆਫਿਸ 'ਚ। ਉਸ 'ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ 1930 ਤੇ ਕਾਲ ਕਰਨੀ ਬਹੁਤ ਜ਼ਰੂਰੀ ਹੈ। ਸਾਈਬਰ ਕ੍ਰਾਈਮਸ 'ਚ ਟਾਈਮ ਇਜ਼ ਦ ਸੈਂਸ, ਮੈਂ ਫੇਰ ਇਹੀ ਬਾਰ-ਬਾਰ ਰਿਪੀਟ ਕਰਦਾ, ਟਾਈਮ ਇਜ਼ ਦ ਸੈਂਸ। ਉਸ 'ਤੇ ਕਾਲ ਕਰਕੇ ਨਾਲ ਦੀ ਨਾਲ ਸਾਡੇ ਕੋਲ ਆ ਜਾਓ, ਠੀਕ ਹੈ ਨਾ। ਜਿਹੜੀ ਮੈਂ ਗੱਲ ਕਰ ਰਿਹਾ ਸੀ ਕੰਪਲੇਂਟਸ ਨਹੀਂ ਕਰਦੇ, ਉਹ ਵਾਲੀਆਂ ਗੱਲਾਂ ਕਿ ਜਿਹੜੀ ਤੁਸੀਂ ਵੀਡੀਓ ਕਾਲ ਵਾਲਾ ਸਕੈਮ ਦੀ ਗੱਲ ਕਰਦੇ ਸੀ ਨਾ, ਉਹਦੇ 'ਚ ਨਹੀਂ ਲੋਕ ਕਰਦੇ। ਹੁਣ ਉਹਦੇ 'ਚ ਮਤਲਬ ਸਾਨੂੰ ਪਤਾ ਹੀ ਨਹੀਂ ਚੱਲਦਾ ਇੱਧਰੋਂ, ਜਿਵੇਂ ਤੁਸੀਂ ਕੋਈ ਦੱਸਦਾ ਕਿ ਹੋਇਆ। ਹੁਣ 2-3 ਕੇਸਿਸ ਹੁਣ ਸਾਡੇ ਧਿਆਨ 'ਚ ਆਏ ਨੇ, ਉਹਦੇ 'ਚ ਵੀ ਆ ਵਰਕਿੰਗ ਔਨ ਇਟ। ਬਾਕੀ ਸਾਰੇ ਜਿਵੇਂ ਕੋਈ ਕਿਸੇ ਨਾਲ ਫਾਈਨੈਂਸ਼ੀਅਲ ਫਰਾਡ ਹੋ ਗਿਆ, ਅਸੀਂ ਤਾਂ ਕਹਿੰਦੇ ਆਪਣੀ ਤੁਸੀਂ ਸਟੇਟਮੈਂਟ ਵੀ ਲਿਆਓ, ਆਪਣਾ ਫੋਨ ਵੀ ਸਾਡੇ ਕੋਲ ਲਿਆਓ, ਕਿਉਂਕਿ ਅਸੀਂ ਜਿਹਨੇ ਨਾਲ ਦੀ ਨਾਲ ਜਿੰਨੀ ਜਲਦੀ ਅਸੀਂ ਨੋਟਿਸ ਪਾ ਦਾਂਗੇ ਉਨੀ ਜਲਦੀ ਸਾਨੂੰ ਜਵਾਬ ਆਊਗਾ। ਕਿਉਂਕਿ ਇਹ ਸਾਡੇ ਕੋਲ ਤਾਂ ਇਹਦੇ 'ਚ ਕੋਈ ਵੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈਗੀ, ਅਸੀਂ ਕਿਸੇ ਨਾ ਕਿਸੇ ਹੋਰ ਏਜੰਸੀ ਤੋਂ ਲੈਣੀ ਹੈ, ਬੀ ਇਟ WhatsApp, ਬੀ ਇਟ ਬੈਂਕਸ, ਜਾਂ ਬੀ ਇਟ ਕੋਈ ਪੇਮੈਂਟ ਗੇਟਵੇ। ਅਸੀਂ ਉਹਨਾਂ ਫੋਰ ਐਗਜ਼ਾਮਪਲ ਪੇਟੀਐਮ ਤੋਂ ਪੇਮੈਂਟ ਹੋ ਗਈ ਜਾਂ ਫੋਨਪੇ ਤੋਂ ਹੋ ਗਈ, ਸਾਨੂੰ ਉਹਨਾਂ ਤੋਂ ਇਨਫੋਰਮੇਸ਼ਨ ਲੈਣੀ ਪੈਣੀ ਹੈ। ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਫਿਰ ਕੰਸਰਨਡ ਟੈਲੀਕਾਮ ਆਪਰੇਟਰਸ ਤੋਂ ਲੈਣੀ ਪੈਣੀ ਹੈ। ਸੋ ਇਟ ਇਜ਼ ਅ ਟਾਈਮ ਕੰਜ਼ਿਊਮਿੰਗ ਪ੍ਰੋਸੈਸ। ਜਿਸ ਤਰ੍ਹਾਂ ਨੂੰ ਤੁਸੀਂ ਇੱਕ ਨੰਬਰ ਦਾ ਵੀ ਜ਼ਿਕਰ ਕਰ ਰਹੇ ਹੋ 1930, ਜਦੋਂ ਕੋਈ ਉਸ 'ਤੇ ਕਾਲ ਕਰੇਗਾ ਕਿ ਜਿਹੜੇ ਬੈਂਕਸ ਹੋ ਗਏ ਜਾਂ ਹੋਰ ਏਜੰਸੀਜ਼ ਹੋ ਗਈਆਂ, ਜਿਸ ਤਰ੍ਹਾਂ ਪੇਟੀਐਮ ਹੋ ਗਿਆ ਜਾਂ ਐਮਾਜ਼ਨ ਹੋ ਗਿਆ, ਇਹ ਸਾਰੇ ਉਸ ਦੇ ਨਾਲ ਲਿੰਕ ਹੋਣਗੇ? ਹਾਂਜੀ, ਜੋ ਉਸ 'ਤੇ ਕੰਪਲੇਂਟ ਹੋਊਗੀ ਨਾ, ਉਹ ਕੰਪਲੇਂਟਸ ਨਾਲ ਹੀ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਟ੍ਰਾਂਜੈਕਸ਼ਨਸ 'ਚ ਦੱਸਿਆ ਕਿ ਮੇਰਾ HDFC ਬੈਂਕ ਹੈ, ਨਾਲ ਦੀ ਨਾਲ ਇੱਕ ਅਲਰਟ HDFC ਬੈਂਕ ਨੂੰ ਵੀ ਚਲੇ ਜਾਊਗਾ।
ਕਿ ਹਾਂ ਇਹ ਬੰਦੇ ਨੇ ਇੱਥੇ ਕੰਪਲੇਂਟ ਕੀਤੀ ਹੈ, ਦੇ ਵਿਲ ਆਲਸੋ ਲੁੱਕ ਇਨਟੂ ਦੈਟ ਟ੍ਰਾਂਜੈਕਸ਼ਨ। ਇਫ ਇਟ ਇਜ਼ ਸਸਪੀਸ਼ੀਅਸ, ਉਹ ਨਾਲ ਦੇ ਬੈਂਕਸ ਦਾ ਮੈਨੂੰ ਪੂਰਾ ਐਸਓਪੀ ਹੁਣ ਯਾਦ ਨਹੀਂ, ਆਈ ਗੈਸ ਦੇ ਹੈਵ 72 ਆਵਰਸ ਟੂ ਲੁੱਕ ਇਨਟੂ ਦੈਟ ਟ੍ਰਾਂਜੈਕਸ਼ਨ, ਤੇ ਉਹ ਵੀ ਉਹਨੂੰ ਨਾਲ ਦੀ ਨਾਲ ਹੋਲਡ ਤੇ ਲਾ ਦੇਣਗੇ। ਠੀਕ ਹੈ ਨਾ, ਜਿਵੇਂ ਹੁਣ ਤੁਸੀਂ ਮੈਂ ਸ਼ੁਰੂ 'ਚ ਮੈਂ ਦੱਸਿਆ ਸੀ, ਫੋਰ ਐਗਜ਼ਾਮਪਲ ਬੰਦੇ ਨੇ ਤੁਹਾਡੇ ਨਾਲ ਫਰਾਡ ਕਰਕੇ ਐਮਾਜ਼ੋਨ ਤੇ ਕੋਈ ਪਰਚੇਸ ਕਰ ਲਈ, ਤੁਸੀਂ ਉਸ ਤੇ ਕਾਲ ਕਰੋਗੇ, ਅਸੀਂ ਨਾਲ ਦੀ ਨਾਲ ਐਮਾਜ਼ੋਨ ਨੂੰ ਲੈਟਰ ਪਾ ਦਾਂਗੇ। ਮਤਲਬ ਇਟਸ ਜਸਟ ਅ ਮੈਟਰ ਆਫ 5 ਮਿੰਟਸ। ਸਾਡੇ ਕੋਲ ਪਹਿਲਾਂ ਹੀ ਟਾਈਪਡ ਇੱਕ ਪਰਫਾਰਮੇਸ ਪਏ ਨੇ, ਅਸੀਂ ਨਾਲ ਦੀ ਨਾਲ ਆਪਣੇ ਆਫੀਸ਼ੀਅਲ ਆਈਡੀ ਤੋਂ ਐਮਾਜ਼ੋਨ ਤੇ ਪਾ ਦਾਂਗੇ ਕਿ ਆਹ ਪਰਟੀਕੂਲਰ ਟ੍ਰਾਂਜੈਕਸ਼ਨ ਨੂੰ ਹੋਲਡ ਤੇ ਲਾ ਦਿਓ। ਠੀਕ ਹੈ ਨਾ। ਹਾਂ, ਹੁਣ ਜੇ ਉਹਨੇ ਏਟੀਐਮ ਚੋਂ ਖੁਦਾ ਨਾ ਖਾਸਤਾ ਉਹਨੇ ਏਟੀਐਮ ਚੋਂ ਜਾ ਕੇ ਬੰਦੇ ਨੇ ਪੈਸੇ ਕਢਾ ਲਏ ਹੋਏ, ਦੈਨ ਆਲਸੋ ਵੀ ਹੈਵ ਅ ਸੋਲੂਸ਼ਨ। ਹਰ ਏਟੀਐਮ 'ਚ ਕੈਮਰਾ ਲੱਗਿਆ। ਠੀਕ ਹੈ ਨਾ। ਹਾਂ, ਸਾਨੂੰ ਉਹ ਏਟੀਐਮ ਆਇਡੈਂਟੀਫਾਈ ਕਰਨ ਨੂੰ 24 ਘੰਟੇ ਲੱਗਣਗੇ, ਸਾਨੂੰ ਬੈਂਕ ਦੱਸੇਗਾ, ਐਜ਼ ਐਂਡ ਵੈਨ ਵੀ ਨੋ ਅਸੀਂ ਨਾਲ ਦੀ ਨਾਲ ਉੱਥੇ ਲਾ ਦਾਂਗੇ। ਨਾ ਆਪਣੀ ਬਹੁਤ ਹੀ ਕਿਸਮਤ ਮਾੜੀ ਹੈ, ਮੈਂ ਤਾਂ ਵਰਸਟ ਸਿਨਾਰੀਓ ਕਰਦਾ, ਉਹ ਬੰਦੇ ਨੇ ਮਾਸਕ ਪਾਇਆ ਹੋਊਗਾ ਜੀ। ਠੀਕ ਹੈ ਨਾ, ਬਟ ਚਲੋ 5% ਕੇਸਿਸ 'ਚ ਹੁੰਦਾ। ਠੀਕ ਹੈ, ਬਟ ਪਤਾ ਲੱਗ ਜਾਂਦਾ। ਬਟ ਟਾਈਮ ਇਜ਼ ਦ ਸੈਂਸ, ਮੈਂ ਫੇਰ ਗੱਲ ਬਾਰ-ਬਾਰ ਉਹੀ ਰਿਪੀਟ ਕਰ ਰਿਹਾ। ਠੀਕ ਹੈ ਨਾ, ਟਾਈਮ ਇਜ਼ ਦਾ। ਹੁਣ ਮਤਲਬ ਮੈਂ ਸੌਰੀ ਤੁਹਾਡੀ ਗੱਲ ਕੱਟ ਰਿਹਾ, ਹੁਣ ਮੈਂ ਨੋਰਮਲ ਪੁਲਿਸਿੰਗ 'ਚ ਗੱਲ ਕਰੀਏ, ਪਹਿਲਾਂ ਕੀ ਹੁੰਦਾ ਸੀ ਜਾਂ ਹੁਣ ਵੀ ਕੀ ਹੁੰਦਾ, PCR ਵਹੀਕਲਸ ਚੱਲਦੇ ਆ, ਉਹਦੇ 'ਚ ਵੀ ਅਸੀਂ ਟਾਈਮ ਇਜ਼ ਦ ਸੈਂਸ। ਤੁਸੀਂ PCR ਤੇ ਕਾਲ ਕੀਤੀ ਜੀ ਸਾਡੇ ਚੋਰੀ ਹੋ ਗਈ ਜਾਂ ਸਾਡੇ ਲੜਾਈ ਹੋ ਗਈ, ਜੇ ਤੁਸੀਂ ਕਾਲ ਹੀ 5 ਘੰਟੇ ਬਾਅਦ ਕੀਤੀ, ਪੁਲਿਸ ਉੱਥੇ ਜਾ ਕੇ ਕੀ ਦੇਖੂਗੀ? ਬੰਦਾ ਤਾਂ ਉਹਨੂੰ 4 ਜ਼ਿਲ੍ਹੇ ਟੱਪ ਗਿਆ ਹੋਊਗਾ। ਠੀਕ ਹੈ ਨਾ। ਹੁਣ ਅਸੀਂ ਜਿਵੇਂ ਸਾਡੇ ਮਾਨਯੋਗ SSP ਸਾਹਿਬ ਨਵੇਂ ਆਏ ਆ, ਅਸੀਂ ਮੋਰ ਦੈਨ 30 PCR ਵਹੀਕਲਸ ਚੱਲ ਰਹੇ ਆ ਹੁਣ ਇੱਕ ਟਾਈਮ ਤੇ ਮੋਹਾਲੀ ਜ਼ਿਲ੍ਹੇ 'ਚ। ਮਤਲਬ ਵੀ ਆਰ ਅਸੈਸਿੰਗ, ਵੀ ਹੈਵ ਰਿਡਿਊਸਡ ਦ ਰਿਸਪੌਂਸ ਟਾਈਮ ਟੂ 8 ਮਿੰਟਸ। ਮਤਲਬ ਆਰ ਗੋਲ ਇਜ਼ ਟੂ ਰਿਡਿਊਸ ਦੈਟ ਟੂ ਲੈਸ ਦੈਨ 5 ਮਿੰਟਸ। ਵੀ ਹੈਵ ਅ ਲੋਟ ਆਫ ਕੰਸਟ੍ਰੇਨਟ ਰਿਸੋਰਸਿਸ, ਚਲੋ ਮੈਨ ਪਾਵਰ ਨਹੀਂ ਹੈ, ਇਹ ਨਹੀਂ ਹੈ, ਬਟ ਅਸੀਂ ਤਾਂ ਵੀ, ਬਟ ਨੋਰਮਲ ਜੇ ਸਾਈਬਰ ਨੂੰ ਨਾ ਵੀ ਆਪਾਂ ਦੇਖੀਏ, ਨੋਰਮਲ ਵੀ ਦੇਖੀਏ, ਤੁਹਾਡੇ ਕੋਈ ਲੜਾਈ ਹੋ ਜੇ ਜਾਂ ਕੋਈ ਐਕਸੀਡੈਂਟ ਹੋ ਜੇ, ਟਾਈਮ ਇਜ਼ ਦ ਸੈਂਸ। ਤੁਸੀਂ ਨਾਲ ਦੀ ਨਾਲ ਫੋਨ ਕਰੋਗੇ, ਨਾਲ ਦੀ ਨਾਲ ਪੁਲਿਸ ਆਊਗੀ, ਨਾਲ ਦੀ ਨਾਲ ਅਸੀਂ ਅੱਗੇ ਅਲਰਟ ਕਰ ਦਾਂਗੇ। ਫੋਰ ਐਗਜ਼ਾਮਪਲ ਐਕਸੀਡੈਂਟ ਹੀ ਹੋਇਆ, ਤੁਸੀਂ ਨਾਲ ਦੀ ਨਾਲ ਸਾਨੂੰ ਦੱਸਿਆ, ਅਸੀਂ ਨਾਲ ਦੀ ਨਾਲ ਹਰ ਡਿਸਟ੍ਰਿਕਟ 'ਚ ਅਲਰਟ ਕਰ ਦਾਂਗੇ, ਇੱਥੇ ਨਹੀਂ ਗੱਡੀ ਨੈਕਸਟ ਡਿਸਟ੍ਰਿਕਟ 'ਚ ਫੜੀ ਜਾਊਗੀ। ਜੀ, ਠੀਕ ਹੈ ਨਾ। ਥੈਂਕ ਯੂ। ਠੀਕ ਹੈ, ਇਹ ਬੈਂਕਸ ਨੂੰ ਲੈ ਕੇ ਵੀ ਕੁਐਸਚਨ ਸੀਗਾ, ਮੈਂ ਤੁਹਾਨੂੰ ਪੁੱਛੂੰਗਾ। ਮੈਮ, ਜਿਸ ਤਰ੍ਹਾਂ ਤੁਸੀਂ ਟਰਾਂਸਪੋਰਟ ਦੀ ਗੱਲ ਕਰਦੇ ਹੋ, ਟਰਾਂਸਪੋਰਟ ਆਪਾਂ ਦੇਖਦੇ ਹਾਂ, ਟਰਾਂਸਪੋਰਟ ਦਾ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਆਪਣੇ ਸਿਗਨਲਸ ਵਗੈਰਾ ਹੈਗੇ, ਇਹਨਾਂ ਨੂੰ ਲੈ ਕੇ ਵੀ ਕੁਝ ਕੀਤਾ ਜਾ ਰਿਹਾ ਹੈਗਾ। ਆਪਾਂ ਦੇਖਦੇ ਹਾਂ ਟ੍ਰੈਫਿਕ ਕੰਜੈਸ਼ਨ ਜਿਹੜਾ ਇੱਕਦਮ ਵੱਧਦਾ ਜਾ ਰਿਹਾ ਹੈਗਾ ਬਹੁਤ ਜ਼ਿਆਦਾ, ਹੈ ਨਾ। ਅਤੇ ਖਾਸ ਤੌਰ 'ਤੇ ਜਦੋਂ ਬੰਦਾ ਇਹ ਦੇਖਦਾ ਹੈ ਕਿ ਇੱਥੇ ਤਾਂ ਕੋਈ ਟ੍ਰੈਫਿਕ ਵਾਲਾ ਖੜਾ ਨਹੀਂ ਹੈ, ਕਈ ਵਾਰੀ ਇੱਦਾਂ ਹੁੰਦਾ ਕੈਮਰੇ ਵੀ ਵਰਕ ਨਹੀਂ ਕਰ ਰਹੇ ਹੁੰਦੇ, ਤਾਂ ਬੰਦਾ ਕਹਿੰਦਾ ਵੀ ਆਪਾਂ ਸਿਗਨਲ ਤੋੜ ਦਈਏ, ਉਹਦੇ ਕਰਕੇ ਐਕਸੀਡੈਂਟ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਹੁੰਦੇ ਨੇ। ਅਤੇ ਉਹਨਾਂ ਨੂੰ ਰੋਕਣ ਦੇ ਵਾਸਤੇ ਕੀ ਕੁਝ ਇੰਪਲੀਮੈਂਟੇਸ਼ਨ ਕੀਤੀ ਜਾ ਰਹੀ ਹੈ, ਕਿ ਕੋਈ ਨਵਾਂ ਐਸਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ ਜਿਸ ਦੇ ਨਾਲ, ਯਾਰ ਪਹਿਲੀ ਤਾਂ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਪਰ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਜੇ ਅਸੀਂ ਕਈ ਵਾਰੀ ਕਿਸੇ ਗਲਤ ਬੰਦੇ ਨੂੰ ਲਾਇਸੈਂਸ ਦੇ ਦਿੱਤਾ, ਉਹ ਫਿਰ ਸੜਕ 'ਤੇ ਬੰਦੇ ਹੀ ਮਾਰੇਗਾ। ਕਿਵੇਂ ਉਸ ਨੂੰ ਰੋਕਿਆ ਜਾ ਸਕਦਾ ਹੈ ਸੜਕਾਂ ਦੇ ਉੱਤੇ, ਜਿਹੜਾ ਲੋਕੀ ਜਿਹੜੇ ਨੇ ਆਪਣਾ ਪ੍ਰੋਪਰ ਚੱਲਣ, ਸਹੀ ਰਫ਼ਤਾਰ ਦੇ ਉੱਤੇ ਗੱਡੀ ਚਲਾਉਣ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ? ਸਭ ਤੋਂ ਪਹਿਲਾਂ ਤੇ ਯੂ ਹੈਵ ਯੋਰਸੈਲਫ ਆਨਸਰਡ ਦਿਸ ਕੁਐਸਚਨ ਕਿ ਅਵੇਅਰਨੈਸ ਜੀ, ਸਭ ਤੋਂ ਪਹਿਲਾਂ ਤੇ ਸਾਡਾ ਮਾਈਂਡਸੈਟ ਚੇਂਜ ਹੋਣਾ ਜ਼ਰੂਰੀ ਹੈ। ਜਿੱਥੇ ਅਸੀਂ ਦੇਖਦੇ ਹਾਂ ਕਿ ਲਾਈਟਸ ਮੈਨਡ ਨਹੀਂ ਹੈਗੀਆਂ ਜਾਂ ਉੱਥੇ ਕੋਈ ਟ੍ਰੈਫਿਕ ਪੁਲਿਸ, ਐਜ਼ ਸੁਖਨਾਜ਼ ਵਾਜ਼ ਸੇਇੰਗ ਕਿ ਦੇਰ ਇਜ਼ ਮੈਨ ਪਾਵਰ ਕਰੰਚ, ਪੁਲਿਸ ਦੀਆਂ ਡਿਊਟੀਜ਼ ਕਈ ਵਾਰੀ ਸਪੋਜ਼ ਕੋਈ ਲਾਈਟਸ ਨੇ ਜਿਹੜੀਆਂ ਕ੍ਰਿਟੀਕਲ, ਯੂਜਲੀ ਦੇ ਆਰ ਮੈਨਡ, ਮਤਲਬ ਉੱਥੇ ਟ੍ਰੈਫਿਕ ਪੀਪਲ ਆਰ ਦੇਅਰ। ਜੇ ਨਹੀਂ ਹੈਗੇ ਤੇ ਰੈੱਡ ਲਾਈਟ ਹੋ ਗਈ, ਵੀ ਇਸ ਨਾਰਮਲ ਟੈਂਡੈਂਸੀ ਕਿ ਮੋਹਾਲੀ ਦੇ ਵਿੱਚ ਤੇ ਵੀ ਟੈਂਡ ਟੂ ਜੰਪ ਦੋਜ਼ ਲਾਈਟਸ ਵੀ ਇਹ ਤੇ ਸਾਨੂੰ ਆਪਣੇ, ਮੈਂ ਖੁਦ ਸੁਣਿਆ ਹੈ ਕਿ ਚੰਡੀਗੜ੍ਹ ਦੀ ਜਿੱਦਾਂ ਆਪਾਂ ਨਿਕਲਦੇ ਹੁੰਦੇ ਆ, ਅਸੀਂ ਆਪ ਹੀ ਕਰਦੇ ਹਾਂ ਜੀ, ਸ਼ਾਇਦ ਤੁਸੀਂ ਵੀ ਕਦੇ ਕੀਤਾ ਹੋਊਗਾ ਤੇ ਸ਼ਾਇਦ ਮੈਂ ਵੀ ਕੀਤਾ ਹੋਊਗਾ। ਜਦੋਂ ਚੰਡੀਗੜ੍ਹ ਅਸੀਂ ਬਾਰਡਰ ਤੇ ਆਉਂਦੇ ਹਾਂ, ਨਾਲ ਹੀ ਸਾਡਾ ਹੱਥ ਆਟੋਮੈਟਿਕਲੀ ਸੀਟ ਬੈਲਟ ਤੇ ਚਲਾ ਜਾਂਦਾ ਹੈ। ਉਦੋਂ ਪਹਿਲਾਂ ਸਾਨੂੰ ਯਾਦ ਵੀ ਨਹੀਂ ਰਹਿੰਦਾ ਵੀ ਬੈਲਟ ਲਾਉਣੀ ਹੈ। ਇਹ ਤਾਂ ਦਿਸ ਇਜ਼ ਹੇਅਰ, ਇਟ ਹੈਜ਼ ਨਥਿੰਗ ਟੂ ਡੂ ਵਿਦ ਦ ਗਰਾਊਂਡ ਰਿਐਲਿਟੀਜ਼। ਐਡਮਿਨਿਸਟ੍ਰੇਸ਼ਨ ਐਫਰਟ ਕਰ ਲੇ, ਚਾਹੇ ਉਹ ਸਿਵਲ ਹੈ, ਚਾਹੇ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਜਦੋਂ ਤੱਕ ਕਿ ਸਾਡੀ ਸੋਚ ਨਹੀਂ ਨਾ ਬਦਲਣੀ ਕਿ ਚਾਹੇ ਚੰਡੀਗੜ੍ਹ ਹੋਵੇ ਤੇ ਚਾਹੇ ਮੋਹਾਲੀ ਹੋਵੇ, ਸਿਰ ਤੇ ਆਪਣਾ ਹੀ ਹੈ, ਤੇ ਜਦੋਂ ਹੈਲਮਟ ਨਹੀਂ ਪਹਿਣਾ ਤੇ ਖੁੱਲ੍ਹਣਾ ਤੇ ਸਾਡੇ ਸਿਰ ਨਹੀਂ ਹੈ। ਜਦੋਂ ਤੱਕ ਸਾਡੇ ਅੰਦਰ ਇਹ ਨਹੀਂ ਆਉਂਦਾ, ਪਰ ਚਲੋ ਇਹ ਤੇ ਹੈਗੀ ਹੈ
ਮਾਈਂਡਸੈਟ ਲੋਕਾਂ ਦੀ ਪਰ ਆਈ ਸਪੋਜ਼ ਕਿ ਹੁਣ ਥੋੜਾ ਕਾਫੀ ਫਰਕ ਹੈ ਸਾਡੇ ਆਪਣੇ ਬੱਚੇ ਸਾਨੂੰ ਕਿਉਂਕਿ ਅੱਜ ਕੱਲ੍ਹ ਸਕੂਲਸ ਦੇ ਵਿੱਚ ਵੀ ਇੰਨੀ ਜ਼ਿਆਦਾ ਅਵੇਅਰਨੈਸ ਟ੍ਰੈਫਿਕ ਪੁਲਿਸ ਵੱਲੋਂ ਤੇ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਰੈਗੂਲਰਲੀ ਸਾਰੇ ਸਕੂਲਸ 'ਚ ਵੀ ਹੈਵ ਟਾਰਗੇਟਸ ਆਲਸੋ ਐਂਡ ਵੀ ਗੋ ਓਵਰ ਐਂਡ ਅਬਵ ਦੋਜ਼ ਟਾਰਗੇਟਸ ਸਕੂਲਸ ਦੇ ਵਿੱਚ ਰੈਗੂਲਰਲੀ ਵੀ ਹੈਵ ਸਮ ਵੈਰੀ ਹਾਰਡ ਵਰਕਿੰਗ ਆਫੀਸ਼ੀਅਲਸ ਇਨ ਮੋਹਾਲੀ ਆਲਸੋ ਇੱਕ ਮਿਸਟਰ ਜਨਕ ਰਾਜ ਨੇ ਇੱਕ ਸਾਡੇ ਮੇਰੇ ਆਪਣੇ ਡਿਪਾਰਟਮੈਂਟ ਦੇ ਵਿੱਚ ASI ਉਹਨੇ ਇੰਨਾ ਸੋਹਣਾ ਗਾਣਾ ਲਿਖਿਆ ਰਿਗਾਰਡਿੰਗ ਦੀ ਟ੍ਰੈਫਿਕ ਉਹ ਤੇ ਅਸੀਂ ਉਹਨੂੰ ਰੈਗੂਲਰਲੀ ਥਾਵਾਂ ਤੇ ਵਜਾਉਂਦੇ ਹਾਂ ਉਹਦੇ ਵਿੱਚ ਸਾਰਾ ਕੁਝ ਹੈ ਵੀ ਵਾਟ ਆਲ ਯੂ ਹੈਵ ਟੂ ਡੂ ਵਾਟ ਆਰ ਦ ਡੂਜ਼ ਐਂਡ ਡੋਂਟਸ ਪਹਿਲੀ ਗੱਲ ਤੇ ਜੀ ਅਵੇਅਰਨੈਸ ਇਹ ਜ਼ਰੂਰੀ ਹੈ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਹ ਮੋਰਲ ਰਿਸਪੌਂਸਿਬਿਲਿਟੀ ਆਫ ਐਵਰੀ ਸਿਟੀਜ਼ਨ ਹੈਗਾ ਦੂਸਰੀ ਚੀਜ਼ ਜਿਵੇਂ ਤੁਸੀਂ ਕਿਹਾ ਵੀ ਅਸੀਂ ਬਲੈਕ ਸਪੌਟਸ ਜਿੱਥੇ ਮੈਕਸਿਮਮ ਐਕਸੀਡੈਂਟਸ ਹੁੰਦੇ ਨੇ ਜਾਂ ਫੇਟਲ ਐਕਸੀਡੈਂਟਸ ਹੁੰਦੇ ਨੇ ਉਹਨਾਂ ਬਲੈਕ ਸਪੌਟਸ ਨੂੰ ਆਈਡੈਂਟੀਫਾਈ ਕਰਕੇ ਜੀ ਉਹਨਾਂ ਬਲੈਕ ਸਪੌਟਸ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਸਾਈਨੇਜਸ ਚਾਹੇ ਉਹ ਸਪੀਡ ਲਿਮਿਟਸ ਦੇ ਸਾਈਨੇਜਸ ਨੇ ਰੈਗੂਲਰਲੀ ਸਰਵੇ ਹੁੰਦੇ ਨੇ ਵੀ ਹੈਵ ਰੋਡ ਸੇਫਟੀ ਡਿਪਾਰਟਮੈਂਟ ਸੈਪਰੇਟਲੀ ਉਹ ਰੋਡ ਸੇਫਟੀ ਡਿਪਾਰਟਮੈਂਟ ਜਿਹੜਾ ਹੈ ਸਰਵੇ ਕਰਕੇ ਸਾਨੂੰ ਲਿਸਟਸ ਆਉਂਦੀਆਂ ਨੇ ਕਿ ਥੀਜ਼ ਆਰ ਦ ਵਲਨਰੇਬਲ ਪਲੇਸਿਸ ਔਰ ਥੀਜ਼ ਆਰ ਦੀ ਬਲੈਕ ਸਪੌਟਸ ਇਹਨਾਂ ਨੂੰ ਇਸ ਤਰ੍ਹਾਂ ਨਾਲ ਠੀਕ ਕੀਤਾ ਜਾ ਸਕਦਾ ਹੈ ਜ਼ੀਬਰਾ ਕ੍ਰਾਸਿੰਗਸ ਜਿੱਥੇ ਕਿੱਥੇ ਹੋਣੀ ਚਾਹੀਦੀ ਹੈ ਕਿੱਥੇ ਵਾਟ ਆਲ ਇਜ਼ ਰਿਕੁਆਇਰਡ ਵੇਅਰ ਸੋ ਇਹ ਜੁਆਇੰਟ ਐਫਰਟ ਨਾਲ ਦਿਸ ਇਜ਼ ਬੀਇੰਗ ਡਨ over and above this all the colleges and all the schools even on the roads even on the vulnerable points regular awareness activities are carried out by the traffic police as well as the administration ਜੀ ਜੀ ਠੀਕ ਹੈ ਮੈਂ ਤੁਹਾਡੇ ਦੋਨਾਂ ਮਹਿਮਾਨਾਂ ਦਾ ਹੁਣ ਧੰਨਵਾਦ ਕਰਨਾ ਚਾਹਾਂਗਾ ਬਹੁਤ ਸਮਾਂ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਜੋ ਹੈ ਸ਼ੇਅਰ ਕੀਤੀ ਉਮੀਦ ਕਰਦਾ ਹਾਂ ਸੁਖਨਾਥ ਜੀ ਨੇ ਖਾਸ ਤੌਰ ਤੇ ਜੋ ਇਨਫੋਰਮੇਸ਼ਨ ਸ਼ੇਅਰ ਕੀਤੀ ਯੂਥ ਵਾਸਤੇ ਤੇ ਆਪਣੇ ਵਾਸਤੇ ਵੀ ਕਰਦਾ ਕਿ ਆਪਾਂ ਆਪਣੀਆਂ ਜਿਹੜਾ ਜ਼ਰੂਰੀ ਨਹੀਂ ਕਿ ਹਰੇਕ ਮੂਮੈਂਟ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰੀਏ ਥੋੜਾ ਜਿਹਾ ਉਹ ਪ੍ਰਾਈਵੇਸੀ ਜ਼ਰੂਰ ਰੱਖੀਏ ਤੇ ਜਿਸ ਤਰ੍ਹਾਂ ਦਾ ਮੈਡਮ ਨੇ ਕਿਹਾ ਕਿ ਜਾਗਰੂਕਤਾ ਦੀ ਲੋੜ ਹੈ ਟ੍ਰੈਫਿਕ ਨੂੰ ਲੈ ਕੇ ਸਾਨੂੰ ਆਪ ਨੂੰ ਹੀ ਜਾਗਰੂਕ ਹੋਣਾ ਹੋਏਗਾ ਇਹ ਨਹੀਂ ਕਿ ਜੇ ਅਸੀਂ ਕਹੀਏ ਕਿ ਅਸੀਂ ਅਕਸਰ ਹੀ ਦੇਖਦੇ ਹਾਂ ਮੈਡਮ ਨੇ ਜ਼ਿਕਰ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਹੁੰਦੇ ਹਾਂ ਸਾਰੇ ਰੂਲ ਫੋਲੋ ਕਰਦੇ ਹਾਂ ਪਰ ਨਾਲ ਹੀ ਮੋਹਾਲੀ ਐਂਟਰ ਕਰਦੇ ਹਾਂ ਤੇ ਸਾਡੇ ਦਿਮਾਗ 'ਤੇ ਪਤਾ ਨਹੀਂ ਕਿਹੋ ਜਿਹਾ ਕੋਈ ਫਿਤੂਰ ਚੜ੍ਹ ਜਾਂਦਾ ਸੋ ਉਮੀਦ ਕਰਦਾ ਹਾਂ ਇਹਨਾਂ ਦੀਆਂ ਗੱਲਾਂ ਸਾਡੇ ਕੰਮ ਆਉਣਗੀਆਂ ਸੋ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਅੱਜ ਦੀ ਇਸ ਚਰਚਾ ਦੇ ਵਿੱਚ ਜੁੜੇ ਥੈਂਕ ਯੂ